ਸਭ ਤੋਂ ਪਹਿਲੇ ਤਾਂ ਮੈਂ ਇਹ ਪੁੱਛਾਂਗੀ ਬੀਇੰਗ ਅ ਪੰਜਾਬੀ ਤੁਸੀਂ ਇੱਕ ਇੰਗਲਿਸ਼ ਬੁੱਕ ਲਿਖੀ ਹੈ ਤੇ ਮੇਰਾ ਜਿਹੜਾ ਥਾਟ ਪ੍ਰੋਸੈਸ ਹੈ ਲਿਖਣ ਦੇ ਵਿੱਚ ਮੈਨੂੰ ਲੱਗਿਆ ਕਿ ਉਹ ਇੰਗਲਿਸ਼ ਦੇ ਵਿੱਚ ਜ਼ਿਆਦਾ ਬੈਟਰ ਵਰਡਸ ਮੈਂ ਯੂਜ਼ ਕਰ ਪਾ ਰਿਹਾ ਓਕੇ ਕਿਉਂਕਿ ਉਹ ਕੰਮ ਹੀ ਕਰ ਰਹੇ ਆ ਤਾਂ ਆਪਣੀਆਂ ਸਕਿੱਲਸ ਵੀ ਉਸ ਹਿਸਾਬ ਨਾਲ ਪਾਲਿਸ਼ ਹੁੰਦੀਆਂ। ਬੁੱਕ ਲਿਖਣਾ ਜਿਸ ਤਰ੍ਹਾਂ ਤੁਸੀਂ ਦੱਸਿਆ ਲੈਂਦੀ ਪ੍ਰੋਸੈਸ ਹੈ ਤੇ ਇਸ ਪ੍ਰੋਸੈਸ ਨੂੰ ਪੜ੍ਹਨਾ ਕਿਉਂਕਿ ਉਹੀ ਸਮੇਂ ਦੀ ਘਾਟ ਦਾ ਕਰਕੇ ਅੱਜ ਕੱਲ੍ਹ ਲੋਕ ਜਿਹੜੇ ਹੈ ਜ਼ਿਆਦਾਤਰ ਰੀਡਿੰਗ ਵੱਲ ਘੱਟ ਤੇ ਵਿਜ਼ੂਅਲਾਈਜੇਸ਼ਨ ਨੂੰ ਜ਼ਿਆਦਾ ਉਹ ਕਰ ਰਹੇ ਨੇ ਹੈ ਨਾ। ਇਹ ਵਿਜ਼ੂਅਲੀ ਕੋਈ ਵੀ ਚੀਜ਼ ਆਪਾਂ ਦੇਖਦੇ ਹਾਂ ਉਹ ਆਪਾਂ ਨੂੰ ਆਪਣੇ ਦਿਮਾਗ ਤੇ ਜ਼ਿਆਦਾ ਅਸਰ ਕਰਦੀ ਹੈ। ਜੀ ਜੀ ਲਿਖੀ ਹੋਈ ਚੀਜ਼ ਪੜ੍ਹਦੇ ਹਾਂ ਤਾਂ ਉਹਨਾਂ ਅਸਰ ਨਹੀਂ ਕਰਦੀ। ਜਿਹੜੀ ਫਸਟ ਬੁੱਕ ਆਈ ਬੋਰਿਸ ਦ ਲਾਸਟ ਕਾਨ ਅਲਾਈਵ ਉਹ ਜਦੋਂ ਮੈਂ ਆਪਣੇ ਦੋਸਤਾਂ ਨੂੰ ਦਿਖਾਉਂਦਾ ਸੀ ਜਿਹਦੇ ਨਾਲ ਵੀ ਸ਼ੇਅਰ ਕਰਦਾ ਸੀ ਉਹ ਕਾਨ ਜਿਹੜਾ ਵਰਡ ਹੈ QAHN ਉਹ ਕਾਨ ਵਰਡ ਨੂੰ ਗੂਗਲ ਕਰਦੇ ਸੀ ਵੀ ਸ਼ਾਇਦ ਕੋਈ ਵੋਕੈਬਲਰੀ ਦਾ ਵਰਡ ਹੈ ਜਿਹਦਾ ਸਾਨੂੰ ਨਹੀਂ ਪਤਾ। ਮੈਂ ਬੇਸਿਕਲੀ ਜੋ ਅਪਰੋਚ ਫੋਲੋ ਕੀਤੀ ਹੋਈ ਹੈ ਕਿ ਜੋ ਥਾਟਸ ਆ ਰਹੇ ਹੈ ਇੱਕ ਵਾਰੀ ਉਹ ਲਿਖਣੇ ਜ਼ਰੂਰੀ ਹੈ। ਜੇ ਆਪਾਂ ਅੱਧੀ ਥਾਟ ਲਿਖ ਕੇ ਉਹਨੂੰ ਦੁਬਾਰਾ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਈ ਵਾਰੀ ਉਹ ਥਾਟ ਦਾ ਫਲੋ ਟੁੱਟ ਜਾਂਦਾ ਹੈ। ਅੱਗੇ ਆਪਾਂ ਕੀ ਸੋਚ ਰੱਖਿਆ ਹੁੰਦਾ ਉਹ ਆਪਾਂ ਭੁੱਲ ਜਾਂਦੇ ਹਾਂ ਜਾਂ ਆਪਣਾ ਮਾਈਂਡ ਡਾਈਵਰਟ ਹੋ ਜਾਂਦਾ। ਜਦੋਂ ਕੰਟੈਂਟ ਰਾਈਟਿੰਗ ਕਰਨੀ ਸ਼ੁਰੂ ਕੀਤੀ ਤਾਂ ਟੈਕਨੀਕਲੀ ਬਹੁਤ ਜ਼ਿਆਦਾ ਇੰਪਰੂਵਮੈਂਟ ਆਈ ਮੇਰੇ ਲਿਖਣ ਦੇ ਮੇਰੀ ਰਾਈਟਿੰਗ ਸਕਿੱਲਸ ਦੇ ਵਿੱਚ। ਓਵਰਆਲ ਲਿਖਣ ਦਾ ਜੋ ਮੇਰਾ ਨਜ਼ਰੀਆ ਸੀ ਉਹ ਵੀ ਚੇਂਜ ਹੋਇਆ ਕਿ ਕਿਸ ਤਰ੍ਹਾਂ ਨਾਲ ਲਿਖਣਾ। ਕਿਤਾਬ ਔਰ ਫਿਲਮ ਆਲਮੋਸਟ ਸੇਮ ਹੀ ਲੱਗਦੀ ਹੈ ਕਿਉਂਕਿ ਸਿਰਫ ਉਹਦੇ 'ਚ ਅਸੀਂ ਵਿਜ਼ੂਅਲੀ ਦੇਖ ਸਕਦੇ ਹਾਂ ਕੈਰੈਕਟਰਸ ਨੂੰ ਐਨਾਲਾਈਜ਼ ਕਰ ਸਕਦੇ ਹਾਂ ਤੇ ਇੱਥੇ ਸਾਨੂੰ ਕੈਰੈਕਟਰਸ ਨੂੰ ਫੀਲ ਕਰਨਾ ਪੈਂਦਾ ਕਿਤਾਬ ਦੇ ਜ਼ਰੀਏ। ਬਹੁਤ ਤਰ੍ਹਾਂ ਦੇ ਫੀਡਬੈਕਸ ਮਿਲਦੇ ਆ ਉਹਨਾਂ ਵਿੱਚੋਂ ਇੱਕ ਫੀਡਬੈਕ ਜੋ ਮੈਨੂੰ ਹਮੇਸ਼ਾ ਹੀ ਮੋਟੀਵੇਟ ਕਰਦਾ ਉਹ ਇਹ ਸੀ ਕਿ ਬੁੱਕ ਪੜ੍ਹਨ ਤੋਂ ਬਾਅਦ ਇਮੀਡੀਏਟਲੀ ਮੇਰੇ ਦੋਸਤ ਨੇ ਕਿਹਾ ਕਿ ਮੈਨੂੰ ਇਹ ਲੱਗ ਰਿਹਾ ਮੈਂ ਬੁੱਕ ਨਹੀਂ ਰੀਡ ਕੀਤੀ ਮੈਂ ਹੁਣੇ PVR 'ਚੋਂ ਮੂਵੀ ਦੇਖ ਕੇ। ਜਦੋਂ ਤੱਕ ਸਪੋਰਟਿੰਗ ਕੈਰੈਕਟਰਸ ਨੂੰ ਆਪਾਂ ਕਲੀਅਰਲੀ ਪ੍ਰੈਜ਼ੈਂਟ ਨਹੀਂ ਕਰਾਂਗੇ ਤਾਂ ਜਿਹੜੇ ਲੀਡ ਕੈਰੈਕਟਰਸ ਹੈ ਉਹਨਾਂ ਨੂੰ ਵੀ ਆਪਾਂ ਪ੍ਰੈਜ਼ੈਂਟ ਨਹੀਂ ਕਰ ਪਾਵਾਂਗੇ। ਐਜ਼ ਅ ਰੀਡਰ ਪੜ੍ਹਨ ਵਾਲੇ ਨੂੰ ਕਿਸ ਤਰ੍ਹਾਂ ਦਾ ਫੀਲ ਹੋਊਗਾ ਉਹ ਵੀ ਸਮਝਣਾ ਉਸੇ ਟਾਈਮ ਤੇ ਜ਼ਰੂਰੀ ਹੈ। ਜੇ ਉਸ ਟਾਈਮ ਤੇ ਉਹ ਨਹੀਂ ਸਮਝ ਰਹੇ ਤਾਂ ਆਬਵੀਅਸਲੀ ਉਹ ਜਿਹੜਾ ਇੱਕ ਰਾਈਟਰ ਤੇ ਰੀਡਰ ਦਾ ਇੱਕ ਪਰਸਪੈਕਟਿਵ ਦਾ ਗੈਪ ਹੋ ਸਕਦਾ ਉਹ ਗੈਪ ਫਿਰ ਬਰਕਰਾਰ ਰਹਿ ਜਾਊਗਾ। ਅਪਸ ਐਂਡ ਡਾਊਨਸ ਹਰ ਤਰ੍ਹਾਂ ਦੇ ਆਉਂਦੇ ਜ਼ਰੂਰੀ ਨਹੀਂ ਆਪਣੇ ਕਰਕੇ ਹੀ ਆਉਣ ਕਿਸੇ ਹੋਰ ਦੀ ਵਜ੍ਹਾ ਕਰਕੇ ਵੀ ਆ ਜਾਂਦੇ ਹੈ। ਤਾਂ ਪਰੇਸ਼ਾਨੀਆਂ ਦੇ ਨਾਲ ਦਾ ਸਾਹਮਣਾ ਕਰਦੇ ਹੋਏ ਆਪਣੇ ਕੰਮ ਨੂੰ ਕੰਟੀਨਿਊ ਕਰਨਾ ਇਹੀ ਜ਼ਿੰਦਗੀ ਹੈ ਜੀ। ਇਹ ਮੈਂ ਆਪਣਾ ਕੰਮ ਜਿਸ ਦੇ ਨਾਲ ਮੇਰਾ ਲਾਈਵਲੀਹੁੱਡ ਚੱਲਦਾ ਰਹੇ ਜਿਸ ਨਾਲ ਮੇਰੀ ਜ਼ਿੰਦਗੀ ਚੱਲਦੀ ਰਹੇ ਉਹ ਕਮਾਈ ਉਹ ਕੰਮ ਸਾਰਾ ਮੇਰਾ ਅਲੱਗ ਹੈ। ਬੁੱਕ ਰਾਈਟਿੰਗ ਮੇਰਾ ਪੈਸ਼ਨ ਹੈ। ਸਤਿ ਸ਼੍ਰੀ ਅਕਾਲ ਜੀ ਮੈਂ ਸਾਹਿਬਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ। ਕਹਿੰਦੇ ਨੇ ਕਿ ਜਜ਼ਬਾ ਤੇ ਜਨੂਨ ਜਿਸ ਇਨਸਾਨ ਦੇ ਅੰਦਰ ਹੁੰਦਾ ਹੈ ਉਸ ਇਨਸਾਨ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਕੋਈ ਵੀ ਨਹੀਂ ਰੋਕ ਸਕਦਾ ਔਰ ਇਸ ਤੋਂ ਵੀ ਵੱਧ ਜ਼ਰੂਰੀ ਹੁੰਦਾ ਹੈ ਇਸ ਜਜ਼ਬੇ ਇਸ ਜਨੂਨ ਨੂੰ ਕਾਇਮ ਰੱਖਣਾ। ਕੋਵਿਡ ਪੈਂਡੈਮਿਕ ਦੀ ਜੇ ਮੈਂ ਗੱਲ ਕਰਾਂ ਤੇ ਇਸ ਪੈਂਡੈਮਿਕ ਨੇ ਬਹੁਤ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਪ੍ਰਭਾਵਿਤ ਕੀਤਾ ਪਰ ਉੱਥੇ ਹੀ ਕੁਝ ਲੋਕ ਅਜਿਹੇ ਸਨ ਜਿਨ੍ਹਾਂ ਨੇ ਇਸ ਟਾਈਮ ਨੂੰ ਯੂਟਿਲਾਈਜ਼ ਕੀਤਾ ਔਰ ਅੱਜ ਉਹ ਆਪਣੀ ਮੰਜ਼ਿਲ ਤੇ ਨੇ। ਅਜਿਹੀ ਇੱਕ ਸ਼ਖਸੀਅਤ ਦੇ ਨਾਲ ਮੈਂ ਤੁਹਾਨੂੰ ਮਿਲਵਾਉਣ ਜਾ ਰਹੀ ਹਾਂ ਜਿਨ੍ਹਾਂ ਨੇ ਕੋਵਿਡ ਪੈਂਡੈਮਿਕ ਦੇ ਦੌਰਾਨ ਉਸ ਟਾਈਮ ਨੂੰ ਯੂਟਿਲਾਈਜ਼ ਕੀਤਾ ਹੈ ਔਰ ਅੱਜ ਉਹ ਇੱਕ ਸਫਲ ਰਾਈਟਰ ਬਣ ਚੁੱਕੇ ਨੇ। ਰਾਈਟਰ ਹੀ ਨਹੀਂ ਬਲਕਿ ਇੰਟਰਨੈਸ਼ਨਲ ਰਾਈਟਰਸ ਦੇ ਵਿੱਚ ਉਹਨਾਂ ਨੇ ਆਪਣਾ ਨਾਮ ਸ਼ਾਮਿਲ ਕਰ ਲਿਆ। ਸੋ ਉਹਨਾਂ ਦੀ ਕਿਤਾਬ ਬੋਰਿਸ ਐਂਡ ਦ ਸਟੈਲਥ ਆਫ ਐਲਮਸ ਜਿਹੜੀ ਹੈ ਅੱਜ ਬਹੁਤ ਹੀ ਫੇਮਸ ਹੋ ਚੁੱਕੀ ਹੈ। ਲੋਕ ਉਸ ਨੂੰ ਬਹੁਤ ਪਿਆਰ ਕਰ ਰਹੇ ਨੇ। ਤੋ ਸਵਾਗਤ ਕਰ ਲੈਂਦੇ ਹਾਂ ਸਾਡੇ ਅੱਜ ਦੇ ਮਹਿਮਾਨ ਮੁਬਾਰਕ ਸੰਧੂ ਜਿਨ੍ਹਾਂ ਨੇ ਇਹ ਕਿਤਾਬ ਲਿਖੀ ਹੈ ਤੇ ਜਾਣਦੇ ਹਾਂ ਕਿ ਕਿਸ ਤਰ੍ਹਾਂ ਉਹਨਾਂ ਨੇ ਇਸ ਕਿਤਾਬ ਨੂੰ ਲਿਖਣ ਲਈ ਉਹਨਾਂ ਨੇ ਆਪਣੇ ਆਪ ਨੂੰ ਇਨਸਪਾਇਰ ਕੀਤਾ ਤੇ ਕਿਸ ਤਰ੍ਹਾਂ ਦਾ ਉਹਨਾਂ ਦਾ ਸਫ਼ਰ ਹੈ। ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਜੀ। ਥੈਂਕ ਯੂ ਸੋ ਮਚ ਮੈਮ। ਸਤਿ ਸ਼੍ਰੀ ਅਕਾਲ ਤੇ ਗਲੋਬਲ ਪੰਜਾਬ TV ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਸੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਕੰਗ੍ਰੈਚੁਲੇਸ਼ਨਸ ਤੁਹਾਡੀ ਕਿਤਾਬ ਦੇ ਲਈ ਔਰ ਸਭ ਤੋਂ ਦੂਸਰੀ ਗੱਲ ਇਹ ਕਿ ਤੁਸੀਂ ਇੰਟਰਨੈਸ਼ਨਲ ਰਾਈਟਰਸ ਦੇ ਵਿੱਚ ਅੱਜ ਆਪਣਾ ਨਾਮ ਬਣਾ ਚੁੱਕੇ ਹੋ। ਇਹਦੇ ਲਈ ਬਹੁਤ-ਬਹੁਤ ਮੁਬਾਰਕਬਾਦ। ਥੈਂਕ ਯੂ ਸੋ ਮਚ ਮੈਮ। ਜੀ ਤੇ ਕਿਦਾਂ ਦਾ ਲੱਗ ਰਿਹਾ? ਬਹੁਤ ਖੁਸ਼ੀ ਹੁੰਦੀ ਹੈ ਮੈਮ ਬਹੁਤ ਮੋਟੀਵੇਸ਼ਨ ਮਿਲਦੀ ਹੈ। ਜਦੋਂ ਤੱਕ ਆਪਣੇ ਕੀਤੇ ਹੋਏ ਕੰਮ ਨੂੰ ਐਪਰੀਸੀਏਸ਼ਨ ਨਹੀਂ ਮਿਲਦੀ ਉਦੋਂ ਤੱਕ ਤਾਂ ਆਪਾਂ ਨੂੰ ਅੱਗੇ ਕੰਮ ਕੰਟੀਨਿਊ ਕਰਨ ਦਾ ਹੌਸਲਾ ਵੀ ਨਹੀਂ ਮਿਲਦਾ। ਜੀ ਬਿਲਕੁਲ। ਸੋ ਕਿਉਂਕਿ ਹੁਣ ਉਹ ਕੰਮ ਵੀ ਕੁਝ ਐਸਾ ਜੇ ਆਪਾਂ ਆਪਣੇ ਏਰੀਏ ਤੱਕ ਜਾਂ ਆਪਣੇ ਸੂਬੇ ਤੱਕ ਸੀਮਿਤ ਹੁੰਦੇ ਹਾਂ ਤਾਂ ਆਡੀਅנס ਉਨੀ ਹੁੰਦੀ ਹੈ ਉਸ ਹਿਸਾਬ ਨਾਲ ਹੀ ਆਪਾਂ ਨੂੰ ਕ੍ਰਿਟਿਸਿਜ਼ਮ ਜੀ ਐਪਰੀਸੀਏਸ਼ਨ ਮਿਲਦੀ ਹੈ। ਇੰਡੀਆ ਲੈਵਲ ਤੱਕ ਕਰਦੇ ਹਾਂ ਤਾਂ ਆਡੀਅנס ਦਾ ਦਾਇਰਾ ਵੱਧ ਜਾਂਦਾ। ਜੀ ਹੁਣ ਜਿਹੜੀ ਉਹ ਮੈਂ ਬੁੱਕ ਲਿਖੀ ਹੈ ਬੋਰਿਸ ਦ ਲਾਸਟ ਕਾਨ ਅਲਾਈਵ ਮੇਰੀ ਲਾਸਟ ਈਅਰ ਫਸਟ ਬੁੱਕ ਸੀ। ਜੀ ਹੁਣ ਬੋਰਿਸ ਐਂਡ ਦ ਸਟੈਲਥ ਆਫ ਐਲਮਸ ਉਸ ਦਾ ਸੈਕੰਡ ਪਾਰਟ ਆਇਆ ਤਾਂ ਇਹ ਜਿਹੜੀਆਂ ਬੁੱਕਸ ਹੈ ਇਹਨਾਂ ਦੀ ਆਡੀਅנס ਦਾ ਕੋਈ ਅੰਤ ਹੀ ਨਹੀਂ ਹੈਗਾ। ਇਹ ਵਰਲਡ ਵਾਈਡ ਅਵੇਲੇਬਲ ਹੈਗੀਆਂ ਜੀ ਬੁੱਕਸ। ਜੀ ਤਾਂ ਜਿੰਨਾ ਦਾਇਰਾ ਵੱਧ ਜਾਂਦਾ ਉਨਾ ਹੀ ਕ੍ਰਿਟਿਸਿਜ਼ਮ ਤੇ ਐਪਰੀਸੀਏਸ਼ਨ ਵੀ ਆਪਾਂ ਨੂੰ ਬਰਾਬਰ ਮਿਲਦੀ ਹੈ। ਤਾਂ ਹਜੇ ਤੱਕ ਇਸ ਵੱਲੋਂ ਮੈਂ ਬਹੁਤ ਬਲੈਸਡ ਹਾਂ ਕਿ ਕ੍ਰਿਟਿਸਿਜ਼ਮ ਜਿਹੜਾ ਹੈ ਉਹ ਬੜਾ ਹੈਲਦੀ ਕ੍ਰਿਟਿਸਿਜ਼ਮ ਉਹਨਾਂ ਨੂੰ ਮਿਲਦਾ। ਰੀਡਰਸ ਦਾ ਫੀਡਬੈਕ ਆਪਾਂ ਨੂੰ ਬਹੁਤ ਕੁਝ ਸਿਖਾਉਂਦਾ ਤੇ ਐਪਰੀਸੀਏਸ਼ਨ ਉਸ ਤੋਂ ਬਹੁਤ ਹੀ ਜ਼ਿਆਦਾ ਮਿਲ ਰਹੀ ਹੈ। ਤਾਂ ਇਸ ਐਪਰੀਸੀਏਸ਼ਨ ਦਾ ਤਾਂ ਕਦੇ ਮੈਂ ਦੇਣ ਨਹੀਂ ਦੇ ਸਕਦਾ। ਇਹੀ ਗੱਲ ਹੈ ਕਿ ਜਿਹੜੀ ਸ਼ੁਰੂਆਤ 'ਚ ਮੈਂ ਗੱਲ ਕੀਤੀ ਜਿਹੜਾ ਜਜ਼ਬਾ ਤੇ ਜਨੂਨ ਹੈ ਇਸ ਨੂੰ ਕੰਟੀਨਿਊ ਕਰਨਾ ਇਸ ਨੂੰ ਕਾਇਮ ਰੱਖਣਾ ਨਾ ਉਹਦੇ ਲਈ ਐਪਰੀਸੀਏਸ਼ਨ ਵੀ ਬਹੁਤ ਜ਼ਰੂਰੀ ਹੈ
ਤੇ ਕਹਿੰਦੇ ਨੇ ਕਿ ਥੋੜੀ ਜੀ ਜਿਹੜੀ ਇੱਕ ਪ੍ਰਤੀਕਿਰਿਆ ਹੁੰਦੀ ਹੈ ਲੋਕਾਂ ਦੀ, ਉਸ ਨੂੰ ਕ੍ਰਿਟੀਕਲੀ ਜਿਹੜੀ ਸਾਨੂੰ ਕਰਦੇ ਨੇ, ਉਹ ਵੀ ਬਹੁਤ ਜ਼ਰੂਰੀ ਹੁੰਦਾ, ਪਰ ਲੋਕੀ ਜਜ਼ਬਾ ਤੇ ਜਨੂਨ ਛੱਡ ਦਿੰਦੇ ਨੇ ਆਪਣਾ। ਪਰ ਅਗਰ ਉਸ ਨੂੰ ਮੇਨਟੇਨ ਕੀਤਾ ਜਾਏ ਤੇ ਦੇਖੋ ਐਗਜ਼ਾਮਪਲ ਸਾਡੇ ਸਾਹਮਣੇ ਨੇ, ਕਿਸੇ ਨਾ ਕਿਸੇ ਮੰਜ਼ਿਲ ਤੱਕ ਤਾਂ ਇਨਸਾਨ ਪਹੁੰਚ ਹੀ ਜਾਂਦਾ ਹੈ। ਬਿਲਕੁਲ ਮੇਨਟੇਨ ਕਰਨਾ ਔਖਾ ਹੈ, ਚਾਹੇ ਐਪਰੀਸੀਏਸ਼ਨ ਵੀ ਮਿਲੇ। ਕੋਈ ਨਾ ਕੋਈ ਕੰਮ ਇਹੋ ਜਿਹੇ ਹੁੰਦੇ ਹਨ, ਜਿਵੇਂ ਬੁੱਕ ਰਾਈਟਿੰਗ ਇੱਕ ਐਸਾ ਕੰਮ ਹੈ ਜਿਹਦੇ ਡਾਇਰੈਕਟਲੀ ਆਪਾਂ ਨੂੰ ਰੈਵਨਿਊ ਜਨਰੇਟ ਨਹੀਂ ਹੁੰਦਾ। ਬਿਲਕੁਲ। ਤਾਂ ਇਹ ਮੈਂ ਆਪਣਾ ਕੰਮ ਜਿਸ ਦੇ ਨਾਲ ਮੇਰਾ ਲਾਈਵਲੀਹੁੱਡ ਚੱਲਦਾ ਰਹੇ, ਜਿਹਦੇ ਨਾਲ ਮੇਰੀ ਜ਼ਿੰਦਗੀ ਚੱਲਦੀ ਰਹੇ, ਉਹ ਕਮਾਈ, ਉਹ ਕੰਮ ਸਾਰਾ ਮੇਰਾ ਅਲੱਗ ਹੈ। ਬੁੱਕ ਰਾਈਟਿੰਗ ਮੇਰਾ ਪੈਸ਼ਨ ਹੈ, ਤਾਂ ਇਹੋ ਜਿਹਾ ਪੈਸ਼ਨ ਮੇਨਟੇਨ ਕਰਨਾ ਹੋਰ ਵੀ ਜ਼ਿਆਦਾ ਔਖਾ ਹੋ ਜਾਂਦਾ। ਜੀ, ਇਹੀ ਸਵਾਲ ਮੈਂ ਅਗਲਾ ਕਰਨਾ ਚਾਹੁੰਦੀ ਸੀ ਕਿ ਜਿਸ ਤਰ੍ਹਾਂ ਕਿ ਅਗਰ ਮੈਂ ਤੁਹਾਡੀ ਪੁਰਾਣੀ ਬੈਕਗ੍ਰਾਉਂਡ ਤੇ ਦੇਖੀਏ ਤਾਂ ਤੁਸੀਂ ਇੱਕ ਇੰਜੀਨੀਅਰ ਸਟੂਡੈਂਟ ਹੋ, ਠੀਕ ਹੈ, ਉਸ ਤੋਂ ਬਾਅਦ ਤੁਸੀਂ ਇਵੈਂਟ ਆਰਗੇਨਾਈਜ਼ਰਸ ਰਹਿ ਚੁੱਕੇ ਹੋ, ਹੁਣ ਤੁਸੀਂ ਰਾਈਟਿੰਗ ਵਿੱਚ ਪੈਰ ਪਾਇਆ, ਠੀਕ ਹੈ, ਔਰ ਮੈਨੂੰ ਲੱਗਦਾ ਹੈ ਵਿਦਿਨ ਫਿਊ ਈਅਰਸ ਤੁਸੀਂ ਅੱਜ ਇੱਕ ਸਕਸੈਸਫੁਲ ਰਾਈਟਰ ਬਣ ਚੁੱਕੇ ਹੋ, ਤੇ ਉਮੀਦ ਕਰਦੇ ਹਾਂ ਕਿ ਇਸ ਚੀਜ਼ ਨੂੰ ਤੁਸੀਂ ਅੱਗੇ ਵੀ ਕਾਇਮ ਰੱਖੋ। ਬਟ ਪ੍ਰੋਬਲਮ ਇਹ ਹੈ ਕਿ ਜਿਸ ਤਰ੍ਹਾਂ ਅੱਜ ਕੱਲ੍ਹ ਦਾ ਜਿਹੜਾ ਸੋਸ਼ਲ ਮੀਡੀਆ ਦਾ ਟਾਈਮ ਚੱਲ ਰਿਹਾ ਹੈ, ਔਰ ਬਹੁਤ ਸਮੇਂ ਲੋਕਾਂ ਕੋਲ ਜਿਹੜਾ ਨਹੀਂ ਹੁੰਦਾ, ਮੇਨ ਚੀਜ਼ ਸਮੇਂ ਦੀ ਗੱਲ ਹੈ, ਸ਼ਾਇਦ ਹੁੰਦੇ ਹੋਏ ਵੀ ਉਹਨਾਂ ਕੋਲ ਸਮਾਂ ਨਹੀਂ ਹੈ ਚੀਜ਼ਾਂ ਨੂੰ ਪੜ੍ਹਨ ਦਾ, ਐਨਾਲਾਈਜ਼ ਕਰਨ ਦਾ। ਪਹਿਲੀ ਗੱਲ, ਕਿਤਾਬ ਲਿਖਣ ਦੀ ਇਨਸਪੀਰੇਸ਼ਨ ਮੈਨੂੰ ਲੱਗਦਾ ਹੈ ਕਿ ਸ਼ਾਇਦ ਅਗਰ ਜੇ ਮੈਨੂੰ ਕੋਈ ਕਹੇ ਤੇ ਲਿਖਣਾ ਚਾਹੋ ਤੇ ਮੈਂ ਸ਼ਾਇਦ ਉਹ ਚੀਜ਼ ਨਹੀਂ ਲਿਖ ਸਕਦੀ, ਬਟ ਇੱਕ ਲਿਖਣਾ ਬਹੁਤ ਵੱਡੀ ਆਪਣੇ ਆਪ 'ਚ ਗੱਲ ਹੈ। ਤੁਹਾਨੂੰ ਇਨਸਪੀਰੇਸ਼ਨ ਕਿੱਥੋਂ ਮਿਲੀ? ਤੁਹਾਡੀ ਕੌਣ ਇਨਸਪੀਰੇਸ਼ਨ ਰਿਹਾ ਇਸ ਦੇ ਵਿੱਚ? ਮੈਂ ਬਹੁਤ ਜ਼ਿਆਦਾ ਕੋਰ ਬੁੱਕ ਰੀਡਰ ਨਹੀਂ ਆਪਣੇ ਆਪ ਨੂੰ ਕਹਿ ਸਕਦਾ, ਬਟ ਔਨ ਐਂਡ ਆਫ ਮੈਂ ਸ਼ੁਰੂ ਤੋਂ ਹੀ ਬੁੱਕ ਰੀਡਿੰਗ ਕਰਦਾ ਰਹਿੰਦਾ ਸੀ। ਬਹੁਤ ਜ਼ਿਆਦਾ ਰੈਗੂਲਰ ਰੀਡਰ ਨਹੀਂ ਹੈਗਾ, ਬਟ ਫਿਰ ਵੀ ਮੇਰੇ ਮਨ 'ਚ ਹੁੰਦਾ ਵੀ ਕੁਛ ਪੜ੍ਹਾਂ, ਸੌਣ ਤੋਂ ਪਹਿਲਾਂ ਚਾਹੇ 2 ਪੇਜ ਵੀ ਪੜ੍ਹਾਂ, ਪਰ ਕੁਛ ਪੜ੍ਹਾਂ। ਤਾਂ ਸਕੂਲ ਟਾਈਮ ਦੇ ਦੌਰਾਨ ਹੀ ਮੈਨੂੰ ਲਿਖਣ ਦਾ ਇੱਕ ਵਾਰੀ ਫੀਲ ਹੋਇਆ ਕਿ ਮੈਂ ਲਿਖਣਾ ਸ਼ੁਰੂ ਕਰਾਂ, ਕੁਛ ਵੀ ਲਿਖ ਕੇ ਦੇਖਾਂ ਤਾਂ ਸਹੀ। ਤਾਂ ਉਦੋਂ ਲਿਖਣਾ ਸ਼ੁਰੂ ਕੀਤਾ, ਆਪਣੇ ਆਪ ਕੁਝ ਪੋਇਮਸ ਲਿਖਣੀਆਂ, ਕੁਝ ਸ਼ਾਰਟ ਆਰਟੀਕਲਸ ਲਿਖਣੇ, ਉਹ ਆਪਣੇ ਤੱਕ ਹੀ ਸੀਮਿਤ ਰੱਖਣੇ, ਕਿਉਂਕਿ ਕਿਤੇ ਨਾ ਕਿਤੇ ਆਪਾਂ ਨੂੰ ਪਤਾ ਹੁੰਦਾ ਵੀ ਹਜੇ ਮੈਂ ਇੰਨਾ ਮੈਚੁਰ ਨਹੀਂ ਹੈਗਾ ਕਿ ਮੈਚੁਰ ਲੋਕਾਂ ਅੱਗੇ ਆਪਣੀ ਲਿਖੀ ਹੋਈ ਚੀਜ਼ ਜਾਂ ਆਪਣੀ ਕੀਤੀ ਹੋਈ ਕੋਈ ਕੀਤਾ ਹੋਇਆ ਕੰਮ ਪੇਸ਼ ਕਰ ਸਕਾਂ। ਉਹ ਵਕਤ ਨਾਲ ਕਾਲਜ 'ਚ ਪਹੁੰਚਦੇ ਹੌਲੀ ਹੌਲੀ ਨਿਖਾਰ ਆਇਆ। ਕਾਲਜ ਵਿੱਚ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਸ਼ੁਰੂ ਕੀਤਾ, ਉਦੋਂ ਐਪਰੀਸੀਏਸ਼ਨ ਇਸ ਹਿਸਾਬ ਦੀ ਮਿਲੀ ਤੇ ਗਾਈਡੈਂਸ ਇਸ ਹਿਸਾਬ ਦੀ ਮਿਲੀ ਕਿ ਆਪਾਂ ਹੋਰ ਪੋਲਿਸ਼ ਕਰੀਏ ਆਪਣੇ ਕੰਮ ਨੂੰ। ਬਿਲਕੁਲ। ਇੰਜੀਨੀਅਰਿੰਗ ਕੰਪਲੀਟ ਕਰਨ ਤੋਂ ਬਾਅਦ ਜਦੋਂ ਮੈਂ ਐਜ਼ ਅ ਮਕੈਨੀਕਲ ਇੰਜੀਨੀਅਰ ਜੌਬ ਕਰ ਰਿਹਾ ਸੀਗਾ, ਉਹਦੇ ਦੌਰਾਨ ਵੀ ਲਿਖਦਾ ਰਿਹਾ ਜੀ। ਐਂਡ ਦੈਨ ਜਦੋਂ ਉਹ ਜੌਬ ਲੀਵ ਕੀਤੀ ਐਂਡ ਆਪਣਾ ਕੰਮ ਸ਼ੁਰੂ ਕੀਤਾ, ਉਸ ਟਾਈਮ ਤੇ ਮੈਨੂੰ ਕਿਸੇ ਨੇ ਗਾਈਡ ਕੀਤਾ ਕਿ ਐਜ਼ ਅ ਫ੍ਰੀਲੈਂਸ ਕੰਟੈਂਟ ਰਾਈਟਰ ਤੁਸੀਂ ਆਨਲਾਈਨ ਵਰਕ ਕਰ ਸਕਦੇ ਹੋ। ਸੋ ਤੁਸੀਂ ਇੰਡੀਵਿਜੂਅਲੀ ਕਿਤੇ ਜਾ ਕੇ ਪਰਸਨਲੀ ਜੌਬ ਵੀ ਨਹੀਂ ਕਰਨੀ, ਬਟ ਐਟ ਦ ਸੇਮ ਟਾਈਮ ਜਿੰਨਾ ਕੁ ਵੀ ਤੁਸੀਂ ਟਾਈਮ ਕੱਢ ਸਕਦੇ ਹੋ, ਆਨਲਾਈਨ ਤੁਹਾਨੂੰ ਪ੍ਰੋਜੈਕਟਸ ਮਿਲ ਸਕਦੇ, ਆਨਲਾਈਨ ਕਲਾਇੰਟਸ ਮਿਲ ਸਕਦੇ, ਤਾਂ ਤੁਸੀਂ ਆਨਲਾਈਨ ਹੀ ਆਪਣਾ ਕੰਮ ਸਬਮਿਟ ਕਰ ਦਿੰਦੇ ਹੋ, ਉਸ ਹਿਸਾਬ ਨਾਲ ਤੁਹਾਨੂੰ ਵਕਤ ਨਾਲ ਪੇਮੈਂਟ ਵੀ ਆਉਂਦੀ ਹੈ। ਤਾਂ ਉਹ ਜਦੋਂ ਕੰਟੈਂਟ ਰਾਈਟਿੰਗ ਕਰਨੀ ਸ਼ੁਰੂ ਕੀਤੀ ਤਾਂ ਟੈਕਨੀਕਲੀ ਬਹੁਤ ਜ਼ਿਆਦਾ ਇੰਪਰੂਵਮੈਂਟ ਆਈ ਮੇਰੇ ਲਿਖਣ ਦੇ, ਮੇਰੀ ਰਾਈਟਿੰਗ ਸਕਿੱਲਸ ਦੇ ਵਿੱਚ। ਓਵਰਆਲ ਲਿਖਣ ਦਾ ਜੋ ਮੇਰਾ ਨਜ਼ਰੀਆ ਸੀ ਉਹ ਵੀ ਚੇਂਜ ਹੋਇਆ ਕਿ ਕਿਸ ਤਰ੍ਹਾਂ ਨਾਲ ਲਿਖਣਾ। ਐਂਡ ਦੈਨ ਉਹ ਕੰਟੈਂਟ ਰਾਈਟਿੰਗ ਤੋਂ ਚੱਲਦੇ ਇੱਕ ਆਪਣਾ ਖੁਦ ਦਾ ਨੋਵਲ ਸ਼ੁਰੂ ਕੀਤਾ ਲਿਖਣਾ 2015 ਦੇ ਵਿੱਚ। ਉਹ ਇਹੀ ਨੋਵਲ ਸੀ ਕਿ ਕੋਈ ਹੋਰ ਸੀ? ਉਹ ਫਸਟ ਨੋਵਲ ਸੀ ਬੋਰਿਸ ਦ ਲਾਸਟ ਕਾਨ ਅਲਾਈਵ, ਜਿਹੜਾ ਪਿਛਲੇ ਸਾਲ ਰਿਲੀਜ਼ ਹੋਇਆ। ਤਾਂ 2015 'ਚ ਲਿਖਣਾ ਸ਼ੁਰੂ ਕੀਤਾ ਤੇ 2020 'ਚ ਪੈਂਡੈਮਿਕ ਦੇ ਦੌਰਾਨ ਟਾਈਮ ਮਿਲਿਆ ਕਿ ਇੱਕ ਫਲੋ 'ਚ ਉਹਨੂੰ ਕੰਪਲੀਟ ਕਰ ਸਕਾਂ। ਤਾਂ ਔਨ ਐਂਡ ਆਫ ਜਿਵੇਂ ਮੈਂ ਕਿਹਾ, ਮੈਂ ਲਿਖਦਾ ਰਿਹਾ, 5 ਸਾਲ 'ਚੋਂ ਕੰਪਲੀਟ ਕੀਤਾ ਜੀ। ਕੰਪਲੀਟ ਕਰਨ ਤੋਂ ਬਾਅਦ ਵੀ ਐਡੀਟਿੰਗ ਵਗੈਰਾ ਕਰਵਾ ਕੇ ਰਿਲੀਜ਼ ਕਰਨ 'ਚ 1 ਸਾਲ ਲੱਗ ਗਿਆ। ਸੋ 2021 'ਚ ਉਹ ਰਿਲੀਜ਼ ਹੋਇਆ। ਬਟ ਜਿਵੇਂ ਤੁਸੀਂ ਪੇਸ਼ੈਂਸ ਦੀ ਗੱਲ ਕੀਤੀ, ਤਾਂ ਬੇਸਿਕਲੀ ਸੋਸ਼ਲ ਇੱਕ ਤਾਂ ਵਕਤ ਨਾਲ ਕੰਪਲੈਕਸਿਟੀਜ਼ ਲਾਈਫ 'ਚ ਬਹੁਤ ਵੱਧ ਚੁੱਕੀਆਂ ਜੀ। ਬਿਲਕੁਲ। ਚਾਹੇ ਉਹ ਮਹਿੰਗਾਈ ਹੈ, ਚਾਹੇ ਅਨਐਮਪਲੋਇਮੈਂਟ ਹੈ, ਹਰ ਤਰ੍ਹਾਂ ਦੇ ਨਾਲ ਆਪਣੀਆਂ ਜ਼ਿੰਦਗੀਆਂ ਪ੍ਰਭਾਵਿਤ ਹੋਈਆਂ। ਐਂਡ ਉਹਦੇ ਨਾਲ ਕੰਪਲੈਕਸਿਟੀਜ਼ ਜਿਹੜੀਆਂ ਆਈਆਂ ਟੈਕਨੋਲੋਜੀ ਕਰਕੇ ਵੀ ਆਈਆਂ। ਹੁਣ ਅੱਜ ਦੀ ਤਰੀਕ ਵਿੱਚ ਬੁੱਕ ਕੈਰੀ ਕਰਨਾ ਔਖਾ ਲੱਗਦਾ ਹੈ, ਤੇ ਫੋਨ ਦੇ ਵਿੱਚ ਹੀ ਉਹ ਬੁੱਕ ਅਵੇਲੇਬਲ ਹੋਵੇ ਤਾਂ ਈ-ਬੁੱਕ ਰੀਡ ਕਰਨਾ ਸੌਖਾ ਲੱਗਦਾ। ਬਿਲਕੁਲ। ਤੇ ਜੇ ਆਪਾਂ ਸੋਸ਼ਲ ਮੀਡੀਆ ਤੇ ਰੀਲਸ ਜਾਂ ਹੋਰ ਚੀਜ਼ਾਂ ਦੇਖਣ ਦੀ ਗੱਲ ਕਰੀਏ ਤਾਂ ਉਹ ਵਿਜ਼ੂਅਲਾਈਜੇਸ਼ਨ ਇੰਨੀ ਜ਼ਿਆਦਾ ਹੋ ਚੁੱਕੀ ਹੈ। ਵਿਜ਼ੂਅਲੀ ਕੋਈ ਵੀ ਚੀਜ਼ ਆਪਾਂ ਦੇਖਦੇ ਹਾਂ ਉਹ ਆਪਾਂ ਨੂੰ ਆਪਣੇ ਦਿਮਾਗ ਤੇ ਜ਼ਿਆਦਾ ਅਸਰ ਕਰਦੀ ਹੈ। ਜੀ ਜੀ। ਲਿਖੀ ਹੋਈ ਚੀਜ਼ ਪੜ੍ਹਦੇ ਹਾਂ ਤਾਂ ਉਨਾ ਅਸਰ ਨਹੀਂ ਕਰਦੀ। ਤਾਂ ਜਿਹੜੀ ਆ YouTube ਜਾਂ Instagram ਤੇ ਰੀਲਸ ਹੈਗੀਆਂ, ਨੋ ਡਾਊਟ ਬਹੁਤ ਪੋਜ਼ਿਟਿਵ ਮੈਸੇजेस ਵੀ ਕਨਵੇ ਹੁੰਦੇ ਇਹਨਾਂ ਦੇ ਨਾਲ, ਬਟ ਮੈਨੂੰ ਲੱਗਦਾ ਇਹਦੇ ਨਾਲ ਪੇਸ਼ੈਂਸ ਦਾ ਦਾਇਰਾ ਵਕਤ ਨਾਲ ਘਟ ਚੁੱਕਿਆ ਹੈ। ਆਪਾਂ ਨੂੰ ਹਰ ਸੈਕਿੰਡ ਤੇ ਕੁਛ ਨਾ ਕੁਛ ਨਵਾਂ ਆ ਰਿਹਾ ਆਪਣੀਆਂ ਅੱਖਾਂ ਦੇ ਸਾਹਮਣੇ। ਤਾਂ ਜਿੱਥੇ ਮੈਨੂੰ ਪਤਾ ਹੈ ਕਿ ਮੈਂ ਇੱਕ ਫਿੰਗਰ ਸਕਰੋਲ ਕਰੂੰਗਾ ਤੇ ਕੋਈ ਨਵੀਂ ਚੀਜ਼ ਮੇਰੇ ਸਾਹਮਣੇ ਆ ਜਾਊਗੀ, ਪਹਿਲੇ 5-7 ਸੈਕਿੰਡ ਦੇਖੂੰਗਾ, ਮੈਨੂੰ ਨਹੀਂ ਪਸੰਦ ਆਊਗੀ, ਮੈਂ ਫਿੰਗਰ ਸਕਰੋਲ ਕਰੂੰਗਾ, ਕੋਈ ਨਵੀਂ ਚੀਜ਼ ਆ ਜਾਊਗੀ। ਉਸ ਟਾਈਮ ਇਹੋ ਜਿਹੇ ਸਮੇਂ ਦੇ ਦੌਰਾਨ 5 ਸਾਲ ਇੱਕੋ ਬੁੱਕ ਨੂੰ ਦੇਣੇ ਉਹ ਥੋੜਾ ਔਖਾ ਹੈ। ਬਿਲਕੁਲ। ਸਪੈਸ਼ਲੀ ਇਸ ਲਈ ਵੀ ਕਿ ਆਪਾਂ ਨੂੰ ਆਊਟਪੁੱਟ ਦਾ ਨਹੀਂ ਪਤਾ ਹੁੰਦਾ। ਬਟ ਇਹ ਵੀ ਜ਼ਰੂਰੀ ਹੁੰਦਾ ਨਾ ਕਿ ਜਿਸ ਪੇਸ਼ੈਂਸ ਨਾਲ, ਜਿਸ એનર્ਜੀ ਨਾਲ, ਜਿਸ ਐਂਥੂਸੀਆਜ਼ਮ ਨਾਲ ਤੁਸੀਂ ਲਿਖਿਆ ਹੁੰਦਾ ਤੇ ਰੀਡਰ ਉਸੇ ਐਂਥੂਸੀਆਜ਼ਮ ਨਾਲ, ਉਸੇ ਪੇਸ਼ੈਂਸ ਨਾਲ ਅਗਰ ਪੜ੍ਹਦਾ ਹੈ ਤੇ ਰਾਈਟਰ ਲਈ ਇਸ ਤੋਂ ਵੱਡੀ ਚੀਜ਼ ਕੋਈ ਹੋਰ ਨਹੀਂ ਹੋ ਸਕਦੀ। ਬਿਲਕੁਲ। ਕਿਉਂਕਿ ਬੁੱਕ ਲਿਖਣਾ, ਜਿਸ ਤਰ੍ਹਾਂ ਤੁਸੀਂ ਦੱਸਿਆ, ਲੈਂਦੀ ਪ੍ਰੋਸੈਸ ਹੈ, ਤੇ ਇਸ ਪ੍ਰੋਸੈਸ ਨੂੰ ਪੜ੍ਹਨਾ, ਕਿਉਂਕਿ ਉਹੀ ਸਮੇਂ ਦੀ ਘਾਟ ਦਾ ਕਰਕੇ ਅੱਜ ਕੱਲ੍ਹ ਲੋਕ ਜਿਹੜੇ ਹੈ ਜ਼ਿਆਦਾਤਰ ਰੀਡਿੰਗ ਵੱਲ ਘੱਟ ਤੇ ਵਿਜ਼ੂਅਲਾਈਜੇਸ਼ਨ ਨੂੰ ਜ਼ਿਆਦਾ ਉਹ ਕਰ ਰਹੇ ਨੇ, ਹੈ ਨਾ। ਸੋ ਮੈਂ ਜੇ ਗੱਲ ਕਰਾਂ, ਜਿਸ ਤਰ੍ਹਾਂ ਐਜ਼ ਅ ਰਾਈਟਰ ਹੈ ਨਾ, ਤੁਸੀਂ ਜਦੋਂ ਲਿਖਦੇ ਹੋ, ਕਿਉਂਕਿ ਇੱਕ ਜਿਹੜੀ ਕਿਤਾਬ ਹੈ ਜਾਂ ਕੁਝ ਵੀ
ਲਿਖਣਾ ਹੁੰਦਾ ਤਾਂ ਉਹ ਇੱਕ ਰਾਈਟਰ ਦੀ ਸੋਚ ਚੋਂ ਨਿਕਲਿਆ ਹੁੰਦਾ ਹਾਂਜੀ ਤੇ ਰਾਈਟਰ ਉਸ ਨੂੰ ਲਿਖਦਾ ਹੈ ਔਰ ਕਾਫੀ ਅਗਰ ਦੂਜੇ ਪਾਸੇ ਦੇਖਿਆ ਜਾਏ ਤਾਂ ਰੀਡਰਸ ਦੀ ਆਪਣੀ ਐਕਸਪੈਕਟੇਸ਼ਨਸ ਹੁੰਦੀਆਂ ਨੇ ਕਿ ਉਹ ਉਸ ਹਿਸਾਬ ਦੀ ਬੁੱਕ ਲਿਖ ਰਿਹਾ ਜਾਂ ਉਸ ਹਿਸਾਬ ਦਾ ਉਸ ਨੂੰ ਪੜ੍ਹਨ ਨੂੰ ਮਿਲੇਗਾ ਕਿ ਨਹੀਂ ਮਿਲੇਗਾ। ਬਿਲਕੁਲ ਤੇ ਜੀ। ਤੁਸੀਂ ਕੀ ਕਹਿੰਦੇ ਹੋ ਕਿ ਜਦੋਂ ਤੁਸੀਂ ਲਿਖਣਾ ਸ਼ੁਰੂ ਕੀਤਾ ਤੇ ਕੀ ਰੀਡਰਸ ਦੀ ਅਪਰੋਚ ਨੂੰ ਧਿਆਨ ਚ ਰੱਖਿਆ ਸੀ ਜਾਂ ਫਿਰ ਤੁਸੀਂ ਜੋ ਤੁਹਾਡੇ ਦਿਮਾਗ 'ਚ ਜਾਂ ਮਨ 'ਚ ਫਲੋ ਆਉਂਦਾ ਗਿਆ ਲਿਖਣ ਦਾ ਤੁਸੀਂ ਉਸ ਹਿਸਾਬ ਨਾਲ ਲਿਖਦੇ ਗਏ? ਮੈਮ ਮੈਂ ਬੇਸਿਕਲੀ ਜੋ ਅਪਰੋਚ ਫੋਲੋ ਕੀਤੀ ਹੋਈ ਹੈ ਕਿ ਜੋ ਥਾਟਸ ਆ ਰਹੇ ਹੈ ਇੱਕ ਵਾਰੀ ਉਹ ਲਿਖਣੇ ਜ਼ਰੂਰੀ ਹੈ। ਜੇ ਆਪਾਂ ਅੱਧੀ ਥਾਟ ਲਿਖ ਕੇ ਉਹਨੂੰ ਦੁਬਾਰਾ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਈ ਵਾਰੀ ਉਹ ਥਾਟ ਦਾ ਫਲੋ ਟੁੱਟ ਜਾਂਦਾ ਐਂਡ ਅੱਗੇ ਆਪਾਂ ਕੀ ਸੋਚ ਰੱਖਿਆ ਹੁੰਦਾ ਉਹ ਆਪਾਂ ਭੁੱਲ ਜਾਂਦੇ ਹਾਂ ਜਾਂ ਆਪਣਾ ਮਾਈਂਡ ਡਾਈਵਰਟ ਹੋ ਜਾਂਦਾ। ਸੋ ਮੈਂ ਇਹ ਅਪਰੋਚ ਫੋਲੋ ਕਰਦਾ ਕਿ ਜੋ ਮੇਰੇ ਮਾਈਂਡ ਵਿੱਚ ਥਾਟਸ ਚੱਲ ਰਹੇ ਉਹਨਾਂ ਥਾਟਸ ਨੂੰ ਮੈਂ ਇੱਕ ਵਾਰੀ ਜ਼ਰੂਰ ਲਿਖਦਾ। ਜਦੋਂ ਲਿਖ ਦਿੰਦਾ ਹੈ ਮੇਰੇ ਵੱਲੋਂ ਉਹ ਇੱਕ ਪਾਰਟਿਕੂਲਰ ਸੀਨ ਜਾਂ ਚੈਪਟਰ ਜਾਂ ਸਪੈਸੀਫਿਕਲੀ ਆਪਾਂ ਕਹਿ ਸਕਦੇ ਹਾਂ ਕਿ ਉਹ ਥਾਟ ਪ੍ਰੋਸੈਸ ਮੇਰਾ ਇੱਕ ਵਾਰੀ ਉਤਰ ਜਾਂਦਾ ਪੇजेस ਦੇ ਵਿੱਚ। ਉਸ ਤੋਂ ਬਾਅਦ ਮੈਂ ਜ਼ਰੂਰ ਉਹਨੂੰ ਰੀਰੀਡ ਕਰਦਾ ਜਦੋਂ ਮੈਨੂੰ ਪਤਾ ਹੈ ਕਿ ਹੁਣ ਅੱਗੇ ਕੁਝ ਪਲਾਨਡ ਨਹੀਂ ਹੈਗਾ ਲਿਖਣ ਦੇ ਲਈ। ਉਦੋਂ ਮੈਂ ਜ਼ਰੂਰ ਰੀਡ ਕਰਦਾ, ਉਦੋਂ ਰੀਡ ਕਰਦਾ ਐਜ਼ ਅ ਰੀਡਰ ਕਿਉਂਕਿ ਜੋ ਲਿਖ ਰਹੇ ਹੁੰਦੇ ਆ ਆਪਣੇ ਥਾਟਸ ਜਿਹੜੇ ਹੈ ਉਹ ਸਿਰਫ ਐਜ਼ ਅ ਰਾਈਟਰ ਫਲੋ ਕਰ ਰਹੇ ਹੁੰਦੇ। ਉਦੋਂ ਇਹ ਧਿਆਨ 'ਚ ਨਹੀਂ ਹੁੰਦਾ ਕਿ ਰੀਡਰ ਨੂੰ ਕੀ ਫੀਲ ਹੋਊਗਾ। ਬਿਲਕੁਲ ਉਦੋਂ ਐਜ਼ ਅ ਰਾਈਟਰ ਉਹ ਸੋਚਣਾ ਜ਼ਰੂਰੀ ਵੀ ਹੈ ਤੇ ਜਦੋਂ ਐਜ਼ ਅ ਰਾਈਟਰ ਉਹ ਥਾਟ ਪ੍ਰੋਸੈਸ ਲਿਖ ਲੈਂਦੇ ਉਸ ਤੋਂ ਬਾਅਦ ਉਹਨੂੰ ਰੀਡ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਐਜ਼ ਅ ਰੀਡਰ ਪੜ੍ਹਨ ਵਾਲੇ ਨੂੰ ਕਿਸ ਤਰ੍ਹਾਂ ਦਾ ਫੀਲ ਹੋਊਗਾ ਉਹ ਵੀ ਸਮਝਣਾ ਉਸੇ ਟਾਈਮ ਤੇ ਜ਼ਰੂਰੀ ਹੈ। ਜੇ ਉਸ ਟਾਈਮ ਤੇ ਉਹ ਨਹੀਂ ਸਮਝ ਰਹੀ ਤਾਂ ਆਬਵੀਅਸਲੀ ਉਹ ਜਿਹੜਾ ਇੱਕ ਰਾਈਟਰ ਤੇ ਰੀਡਰ ਦਾ ਇੱਕ ਪਰਸਪੈਕਟਿਵ ਦਾ ਗੈਪ ਹੋ ਸਕਦਾ ਉਹ ਗੈਪ ਫਿਰ ਬਰਕਰਾਰ ਰਹਿ ਜਾਊਗਾ। ਤਾਂ ਉਹ ਗੈਪ ਨਾ ਰਵੇ ਪਹਿਲੀ ਕੋਸ਼ਿਸ਼ ਖੁਦ ਹੁੰਦੀ ਹੈ ਕਿ ਆਪ ਇੱਕ ਵਾਰੀ ਰੀਡ ਕਰੋ ਐਂਡ ਜਦੋਂ ਆਪਾਂ ਪੂਰੀ ਬੁੱਕ ਲਿਖ ਲੈਂਦੇ ਹਾਂ ਐਡੀਟਿੰਗ ਪ੍ਰੂਫ ਰੀਡਿੰਗ ਕਰਵਾਉਣ ਦਾ ਫਿਰ ਮੇਨ ਮਕਸਦ ਇਹੀ ਹੁੰਦਾ ਕਿ ਜਿਹੜੇ ਐਡੀਟਰਸ ਹੈਗੇ ਆ ਜੋ ਵੀ ਐਡਿਟ ਕਰੂਗਾ ਉਸਨੂੰ ਉਹ ਐਜ਼ ਅ ਰੀਡਰ ਪੜ੍ਹ ਰਿਹਾ ਉਹਨੂੰ ਨਹੀਂ ਪਤਾ ਐਜ਼ ਅ ਰਾਈਟਰ ਮੈਂ ਕੀ ਸੋਚ ਕੇ ਲਿਖਿਆ। ਤਾਂ ਜਿਹੜਾ ਐਜ਼ ਅ ਰੀਡਰ ਉਹਨੂੰ ਪੜ੍ਹਦਾ ਉਹ ਫਿਰ ਆਪਣੇ ਓਪੀਨੀਅਨਸ ਦਿੰਦੇ ਆ ਆਪਾਂ ਨੂੰ ਕਿ ਕਿਸ ਤਰ੍ਹਾਂ ਦੇ ਨਾਲ ਮੈਨੂੰ ਆਪਣੀ ਬੁੱਕ ਮੋਲਡ ਕਰਨੀ ਚਾਹੀਦੀ ਹੈ ਕਿ ਰੀਡਰ ਹੋਰ ਇੰਟਰਸਟ ਲਵੇ ਬੁੱਕ ਦੇ ਵਿੱਚ। ਜੀ ਬਿਲਕੁਲ। ਹੁਣ ਗੱਲ ਕਰ ਲੈਣੇ ਤੁਹਾਡੀ ਕਿਤਾਬ ਦੇ ਬਾਰੇ ਹੈ ਨਾ। ਇਹ ਤੁਹਾਡਾ ਸੈਕਿੰਡ ਐਡੀਸ਼ਨ ਹੈ ਬੁੱਕ ਦਾ ਬੋਰਿਸ ਐਂਡ ਦ ਸਟੈਲਥ ਆਫ ਐਲਮਸ ਹੈ ਨਾ ਤੇ ਇਸ ਤੋਂ ਪਹਿਲੇ ਆਈ ਸੀ ਬੋਰਿਸ ਦ ਲਾਸਟ ਖਾਨ ਅਲਾਈਵ ਹੈ ਨਾ। ਮਤਲਬ ਮੈਂ ਇਹ ਪੁੱਛੂੰਗੀ ਜਿਹੜੀ ਹੁਣ ਬੁੱਕ ਆਈ ਹੈ ਇਸ ਦੇ ਵਿੱਚ ਕੀ ਖਾਸ ਹੈ ਕਿ ਜੋ ਤੁਸੀਂ ਉਸ ਕੀ ਪਹਿਲੇ ਦਾ ਹੀ ਨੈਕਸਟ ਸਟੋਰੀ ਨੂੰ ਕੰਟੀਨਿਊ ਕੀਤਾ ਹੋਇਆ ਜਾਂ ਫਿਰ ਕੁਝ ਅਲੱਗ ਹੈ ਜਾਂ ਹਟ ਕੇ ਹੈ ਕੁਝ? ਮੈਮ ਇਹ ਜਿਹੜੀ ਇਹ ਸੈਕੰਡ ਪਾਰਟ ਹੈ ਪਹਿਲੀ ਬੁੱਕ ਦਾ ਸੋ ਇਹ ਉਸ ਬੁੱਕ ਨੂੰ ਹੀ ਕੰਟੀਨਿਊ ਕੀਤਾ ਹੋਇਆ ਜੀ ਤੇ ਮਨ ਵਿੱਚ ਵਿਚਾਰ ਇਹੀ ਹੈ ਕਿ ਇਹਦੇ ਐਟਲੀਸਟ ਇੱਕ ਪਾਰਟ ਹਜੇ ਹੋਰ ਲਿਖਾਂ। ਸੋ ਇਹਦੀ ਇੱਕ ਸੀਰੀਜ਼ ਬਣਾਈ ਹੈ 3 ਜਾਂ 4 ਪਾਰਟਸ ਦੀ। ਸੋ ਆਬਵੀਅਸਲੀ ਅਲੱਗ-ਅਲੱਗ ਤਰ੍ਹਾਂ ਦੇ ਪਲਾਨਸ ਹੁੰਦੇ ਆ। ਮੇਰਾ ਜੋ ਇਸ ਬੁੱਕ ਬਾਰੇ ਅਲੱਗ ਮੈਨੂੰ ਲੱਗਦਾ ਹੈ ਉਹ ਇਹ ਹੈ ਕਿ ਜੋ ਵੀ ਤੁਸੀਂ ਪੜ੍ਹਦੇ ਹੋ ਤੁਹਾਨੂੰ ਇਹ ਲੱਗਦਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੀ ਸਾਰਾ ਕੁਝ ਵਾਪਰ ਰਿਹਾ। ਇਹ ਸਿਰਫ ਮੈਂ ਨਹੀਂ ਸੋਚਦਾ ਜੋ ਮੈਨੂੰ ਫੀਡਬੈਕ ਮਿਲਦੀ ਹੈ ਉੱਥੋਂ ਹੀ ਮੈਨੂੰ ਫੀਲ ਹੁੰਦਾ। ਸੋ ਬਹੁਤ ਤਰ੍ਹਾਂ ਦੇ ਫੀਡਬੈਕਸ ਮਿਲਦੇ ਆ ਉਹਨਾਂ ਵਿੱਚੋਂ ਇੱਕ ਫੀਡਬੈਕ ਜੋ ਮੈਨੂੰ ਹਮੇਸ਼ਾ ਹੀ ਮੋਟੀਵੇਟ ਕਰਦਾ ਉਹ ਇਹ ਸੀ ਕਿ ਬੁੱਕ ਪੜ੍ਹਨ ਤੋਂ ਬਾਅਦ ਇਮੀਡੀਏਟਲੀ ਮੇਰੇ ਦੋਸਤ ਨੇ ਕਿਹਾ ਕਿ ਮੈਨੂੰ ਇਹ ਲੱਗ ਰਿਹਾ ਮੈਂ ਬੁੱਕ ਨਹੀਂ ਰੀਡ ਕੀਤੀ ਮੈਂ ਹੁਣੇ PVR 'ਚੋਂ ਮੂਵੀ ਦੇਖ ਕੇ ਨਿਕਲਿਆ। ਸੋ ਉਹ ਚੀਜ਼ ਬਹੁਤ ਮੋਟੀਵੇਟ ਵੀ ਕਰਦੀ ਹੈ ਤੇ ਆਪਾਂ ਨੂੰ ਉੱਥੋਂ ਇਹ ਵੀ ਰਿਅਲਾਈਜ਼ ਹੁੰਦਾ ਕਿ ਜੋ ਮੈਂ ਲਿਖਿਆ ਹੈ ਵਾਕਿਆ ਹੀ ਉਹ ਵਿਜ਼ੂਅਲਾਈਜ਼ ਕਰ ਪਾ ਰਿਹਾ ਰੀਡਰ। ਤਾਂ ਉਹ ਜਿਵੇਂ ਫਸਟ ਬੁੱਕ ਦੇ ਵਿੱਚ ਲਿਖਿਆ ਸੀ ਉਵੇਂ ਸੈਕੰਡ ਬੁੱਕ ਦੇ ਵਿੱਚ ਵੀ ਵਿਜ਼ੂਅਲਾਈਜ਼ੇਸ਼ਨਸ ਨੂੰ ਬਹੁਤ ਸਟਰੋਂਗ ਰੱਖਿਆ ਗਿਆ ਜੀ। ਵੈਸੇ ਮੈਂ ਕਹਾਂਗੀ ਮੈਂ ਹਜੇ ਕਿਤਾਬ ਪੂਰੀ ਤਰ੍ਹਾਂ ਪੜ੍ਹ ਨਹੀਂ ਪਾਈ ਬਟ ਜਿੰਨੀ ਵੀ ਪੜ੍ਹੀ ਹੈ ਬਾਕੀ ਇਹ ਕਿਤੇ ਨਾ ਕਿਤੇ ਤੁਹਾਨੂੰ ਆਪਣੇ ਆਪ 'ਚ ਹੀ ਲੱਗ ਰਿਹਾ ਕਿ ਤੁਸੀਂ ਕਿਤੇ ਨਾ ਕਿਤੇ ਕਨੈਕਟ ਫੀਲ ਕਰ ਰਹੇ ਹੋ। ਕੁਝ ਲੋਕਾਂ ਵਾਸਤੇ ਜਿਹੜੇ ਖੁਦ ਇਮੈਜਿਨੇਟਿਵ ਲੋਕ ਨੇ ਉਹਨਾਂ ਲਈ ਇਹ ਕਨੈਕਟ ਜ਼ਰੂਰ ਕਰਦੀ ਹੈ। ਤੇ ਜਿਵੇਂ ਕਿ ਇਹਦੇ ਉੱਪਰ ਲਿਖਿਆ ਹੈ ਬੋਰਿਸ ਹੈ ਨਾ ਤੇ ਐਲਮਸ ਮੇਰੇ ਖਿਆਲ 'ਚ ਇਹਦੇ 'ਚ ਮੇਨ ਇੱਕ ਕੈਰੈਕਟਰ ਬੋਰਿਸ ਹੈਗਾ ਤੇ ਐਲਮਸ ਉਹਦੇ ਆਪੋਜ਼ਿਟ ਹੈਗਾ ਔਰ ਨੈਗੇਟਿਵ ਕੈਰੈਕਟਰ ਹੈ ਤੇ ਐਲਮਸ ਉਹਦਾ ਨੈਗੇਟਿਵ ਕੈਰੈਕਟਰ ਹੈ। ਹਾਂਜੀ ਨੈਗੇਟਿਵਲੀ ਤੇ ਕੈਰੈਕਟਰਸ ਕਿਵੇਂ ਮਾਈਂਡ 'ਚ ਆਏ? ਔਰ ਸਭ ਤੋਂ ਪਹਿਲੇ ਤਾਂ ਮੈਂ ਇਹ ਪੁੱਛਾਂਗੀ ਬੀਇੰਗ ਅ ਪੰਜਾਬੀ ਤੁਸੀਂ ਇੱਕ ਇੰਗਲਿਸ਼ ਬੁੱਕ ਲਿਖੀ ਹੈ ਤੇ ਕੀ ਤੁਹਾਨੂੰ ਲੱਗਿਆ ਸੀਗਾ ਕਿ ਆਡੀਅנס ਕਿਸ ਤਰ੍ਹਾਂ ਦੀ ਆਪਣੇ ਦਿਮਾਗ 'ਚ ਰੱਖ ਕੇ ਲਿਖਿਆ ਸੀ ਕਿ ਸਾਰਿਆਂ ਵਾਸਤੇ ਲਿਖਣਾ ਹੈ? ਹਾਂਜੀ ਕਿ ਪੰਜਾਬੀ ਦੇ ਵਿੱਚ ਅਗਰ ਪੰਜਾਬੀ ਰੀਡਰ ਅਗਰ ਇਸ ਨੂੰ ਪੜ੍ਹਨਾ ਚਾਹਵੇ ਫਿਰ? ਮੈਮ ਬੇਸਿਕਲੀ ਮੈਂ ਜਿਹੜਾ ਫ੍ਰੀਲੈਂਸ ਕੰਟੈਂਟ ਰਾਈਟਰ ਦਾ ਕੰਮ ਸ਼ੁਰੂ ਕੀਤਾ ਸੀ ਤਾਂ ਉਹ ਸਾਰੀ ਰਾਈਟਿੰਗ ਮੈਂ ਇੰਗਲਿਸ਼ ਵਿੱਚ ਹੀ ਕੀਤੀ ਹੈ। ਓਕੇ ਸ਼ੁਰੂ ਤੋਂ ਇੰਗਲਿਸ਼ ਸਕੂਲਸ ਵਿੱਚ ਪੜ੍ਹੇ ਆ ਇੰਜੀਨੀਅਰਿੰਗ ਦੀ ਜਿੰਨੀਆਂ ਵੀ ਆਪਣੀਆਂ ਸਟੱਡੀਜ਼ ਹੈਗੀਆਂ ਉਹ ਇੰਗਲਿਸ਼ ਵਿੱਚ ਹੀ ਆਪਾਂ ਕਰਦੇ ਹਾਂ। ਤਾਂ ਜਦੋਂ ਕੰਟੈਂਟ ਰਾਈਟਿੰਗ ਵੀ ਕਰਨੀ ਸ਼ੁਰੂ ਕੀਤੀ ਮੇਰਾ ਜਿਹੜਾ ਥਾਟ ਪ੍ਰੋਸੈਸ ਹੈ ਲਿਖਣ ਦੇ ਵਿੱਚ ਮੈਨੂੰ ਲੱਗਿਆ ਕਿ ਉਹ ਇੰਗਲਿਸ਼ ਦੇ ਵਿੱਚ ਜ਼ਿਆਦਾ ਬੈਟਰ ਵਰਡਸ ਮੈਂ ਯੂਜ਼ ਕਰ ਪਾ ਰਿਹਾ ਕਿਉਂਕਿ ਉਹ ਕੰਮ ਹੀ ਕਰ ਰਹੇ ਆ ਤਾਂ ਆਪਣੀਆਂ ਸਕਿੱਲਸ ਵੀ ਉਸ ਹਿਸਾਬ ਨਾਲ ਪੋਲਿਸ਼ ਹੁੰਦੀਆਂ। ਜੇ ਮੈਂ ਉਹੀ ਕੰਟੈਂਟ ਰਾਈਟਿੰਗ 3-4 ਸਾਲ ਲਗਾਤਾਰ ਅੱਜ ਤੋਂ ਵੀ ਸ਼ੁਰੂ ਕਰਦਾ ਤੇ ਪੰਜਾਬੀ 'ਚ ਲਿਖਣੀ ਸ਼ੁਰੂ ਕਰਦਾ ਤਾਂ ਉਹ ਵਰਡਸ ਜਿਹੜੇ ਫੁਰਨਗੇ ਉਹ ਪੰਜਾਬੀ ਦੇ ਜ਼ਿਆਦਾ ਫੁਰਨਗੇ ਮੇਰੇ ਦਿਮਾਗ ਦੇ ਵਿੱਚ ਮੈਨੂੰ ਆਉਣਗੇ ਪੰਜਾਬੀ ਦੇ ਅੱਖਰ ਮੈਨੂੰ ਇੰਗਲਿਸ਼ ਦੇ ਲੱਭਣੇ ਪੈਣਗੇ ਕਿਉਂਕਿ ਉਹ ਪ੍ਰੋਸੈਸ ਮੇਰਾ ਇੰਗਲਿਸ਼ 'ਚ ਚੱਲਦਾ ਰਿਹਾ ਤਾਂ ਮੇਰੀ ਪਕੜ ਥੋੜੀ ਇੰਗਲਿਸ਼ ਦੇ ਵਰਡਸ ਤੇ ਜ਼ਿਆਦਾ ਬਣ ਗਈ। ਤਾਂ ਜਦੋਂ ਇੰਗਲਿਸ਼ ਦੀ ਬੁੱਕ ਲਿਖਣੀ ਸ਼ੁਰੂ ਵੀ ਕੀਤੀ ਤਾਂ ਆਬਵੀਅਸਲੀ ਹੁਣ ਇੰਗਲਿਸ਼ ਦੀ ਬੁੱਕ ਲਿਖ ਰਹੇ ਹਾਂ ਤਾਂ ਪੜ੍ਹਨ ਵਾਲਾ ਇੰਗਲਿਸ਼ ਰੀਡਰ ਹੋਊਗਾ ਤਾਂ ਉਹਦੇ ਹਿਸਾਬ ਨਾਲ ਨੇਮਸ ਉਹੋ ਜਿਹੀ ਚੂਜ਼ ਕਰਨ ਦੀ ਕੋਸ਼ਿਸ਼ ਕੀਤੀ ਜਿਹੜੇ ਬਿਲਕੁਲ ਅਲੱਗ ਹੋਣ ਐਂਡ ਕੈਰੈਕਟਰਸ ਆਬਵੀਅਸਲੀ ਮੈਨੂੰ ਰਿਐਲਿਟੀ ਬੇਸਡ ਲਿਖਣਾ ਥੋੜਾ ਜ਼ਿਆਦਾ ਈਜ਼ੀ ਲੱਗਦਾ। ਸਭ ਦੇ ਆਪਣੇ ਆਪਣੇ ਵਿਚਾਰ ਹੁੰਦੇ ਬਟ ਜੋ ਅੱਖਾਂ ਦੇ ਸਾਹਮਣੇ ਹੋ ਰਿਹਾ ਮੈਨੂੰ ਲੱਗਦਾ ਉਹ ਲਿਖਣਾ ਜ਼ਿਆਦਾ ਈਜ਼ੀ ਹੈ ਕਿਉਂਕਿ ਉਹਦੇ ਲਈ ਬਹੁਤ ਜ਼ਿਆਦਾ ਸੋਚਣ ਦੀ ਲੋੜ ਨਹੀਂ ਕਿ ਕੀ ਹੋ ਰਿਹਾ। ਫਿਕਸ਼ਨ ਲਿਖਣੀ ਔਖੀ ਹੈ
ਥੋੜੀ ਜੀ, ਕਿਉਂਕਿ ਉਹਦੇ ਚ ਆਪਾਂ ਨੂੰ ਪਤਾ ਹੀ ਨਹੀਂ ਉਸ ਟਾਈਮ ਤੇ ਕੀ ਹੋ ਰਿਹਾ ਹੋਊਗਾ। ਬਿਲਕੁਲ ਉਹ ਸਾਰਾ ਆਪਾਂ ਖੁਦ ਕ੍ਰੀਏਟ ਕਰਨਾ, ਇੱਕ ਸੀਨ, ਉਹਦੇ ਕੈਰੈਕਟਰਸ। ਤਾਂ ਜਿੰਨਾ ਵੀ ਇਹਦੇ ਤੇ ਬੈਕ ਐਂਡ ਤੇ ਕੰਮ ਹੁੰਦਾ, ਬਹੁਤ ਜ਼ਿਆਦਾ ਡਿਫਿਕਲਟ ਕੰਮ ਹੁੰਦਾ, ਬਹੁਤ ਮਿਹਨਤ ਕਰਨੀ ਪੈਂਦੀ ਹੈ, ਬਟ ਐਟ ਦ ਸੇਮ ਟਾਈਮ ਖੁਸ਼ੀ ਵੀ ਹੁੰਦੀ ਹੈ, ਕਿਉਂਕਿ ਆਪਾਂ ਇੱਕ ਬਿਲਕੁਲ ਨਵੀਂ ਚੀਜ਼ ਇਜਾਦ ਕਰ ਰਹੇ ਹਾਂ। ਹੁਣ ਐਲਮਸ ਕੈਰੈਕਟਰ ਕਿਤੇ ਨਹੀਂ ਹੈਗਾ। ਜਿਹੜੀ ਫਸਟ ਬੁੱਕ ਆਈ ਬੋਰਿਸ ਦ ਲਾਸਟ ਕਾਨ ਅਲਾਈਵ, ਉਹ ਜਦੋਂ ਮੈਂ ਆਪਣੇ ਦੋਸਤਾਂ ਨੂੰ ਦਿਖਾਉਂਦਾ ਸੀ, ਜਿਹਦੇ ਨਾਲ ਵੀ ਸ਼ੇਅਰ ਕਰਦਾ ਸੀ, ਉਹ ਕਾਨ ਜਿਹੜਾ ਵਰਡ ਹੈ QAHN, ਉਹ ਕਾਨ ਵਰਡ ਨੂੰ ਗੂਗਲ ਕਰਦੇ ਸੀ ਵੀ ਸ਼ਾਇਦ ਕੋਈ ਵੋਕੈਬਲਰੀ ਦਾ ਵਰਡ ਹੈ ਜਿਹਦਾ ਸਾਨੂੰ ਨਹੀਂ ਪਤਾ। ਤਾਂ ਵਕਤ ਨਾਲ ਮੈਨੂੰ ਪਤਾ ਲੱਗਿਆ ਵੀ ਜੇ ਕੋਈ ਟੌਪਿਕ ਟਾਈਟਲ ਰੀਡ ਕਰਕੇ ਫਟਾਫਟ ਫੋਨ ਕੱਢ ਰਿਹਾ ਤਾਂ ਉਹ ਕੱਢ ਕਿਉਂ ਰਿਹਾ। ਬਿਲਕੁਲ। ਤਾਂ ਉਹ ਵਕਤ ਨਾਲ ਮੈਨੂੰ ਪਤਾ ਲੱਗਿਆ। ਫਿਰ ਮੈਂ ਪਹਿਲਾਂ ਹੀ ਦੱਸ ਦਿੰਦਾ ਸੀ ਕਿ ਇਹ ਸਿਰਫ ਮੇਰੇ ਵੱਲੋਂ ਇਮੇਜਿਨੇਸ਼ਨ ਕੀਤੀ ਹੋਈ, ਕ੍ਰੀਏਟ ਕੀਤਾ ਹੋਇਆ ਇੱਕ ਕਲੈਨ ਦਾ ਨਾਮ ਹੈ, ਇਹ ਕੋਈ ਗੂਗਲ ਤੋਂ ਚੱਕਿਆ ਹੋਇਆ ਵਰਡ ਨਹੀਂ ਹੈ। ਤੇ ਬੋਰਿਸ ਕੈਰੈਕਟਰ ਤੇ ਐਲਮਸ ਦੇ ਵਿੱਚ ਕੀ ਖਾਸ ਚੱਲਦਾ ਹੈ ਜਦੋਂ ਤੁਸੀਂ ਇੱਕ ਐਜ਼ ਅ ਰਾਈਟਰ ਇਹਨਾਂ ਦੋਨਾਂ ਦੀ ਕਹਾਣੀ ਲਿਖਦੇ ਹੋ? ਹਾਂਜੀ, ਤੇ ਤੁਸੀਂ ਕੀ ਦੱਸਣਾ ਚਾਹੁੰਦੇ ਹੋ? ਮੈਮ, ਬੋਰਿਸ ਜਿਹੜਾ ਕੈਰੈਕਟਰ ਹੈ ਇਹਦੇ ਤੇ ਪੂਰੇ ਦਾ ਪੂਰਾ ਕਿੰਗਡਮ ਡਿਪੈਂਡੈਂਟ ਹੈ। ਓਕੇ। ਸੋ ਬੋਰਿਸ ਕੈਰੈਕਟਰ ਇੱਕ ਤਰ੍ਹਾਂ ਦਾ ਸੋਲ ਸੇਵੀਅਰ ਹੈਗਾ ਇਕਾਰਦਸ ਜੋ ਕਿੰਗਡਮ ਹੈ ਉਹਦਾ। ਸੋ ਇਹਦੀ ਇੰਟਰੋਡਕਸ਼ਨ ਫਸਟ ਬੁੱਕ ਦੇ ਵਿੱਚ ਹੋ ਗਈ ਸੀ ਬੋਰਿਸ ਦੀ ਤੇ ਐਲਮਸ ਦੀ ਵੀ। ਤਾਂ ਐਲਮਸ ਜਿਹੜਾ ਹੈ ਉਹ ਬੋਰਿਸ ਤੋਂ, ਸੋ ਇਹ ਆਪਣੇ ਸਮਾਜ, ਐਕਚੁਅਲੀ ਜਿਹੜੇ ਸਮਾਜ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਇਮੋਸ਼ਨਸ ਵੀ ਆਪਾਂ ਦੇਖਦੇ ਹਾਂ ਜੀ, ਉਹ ਵੀ ਸਾਰੇ ਰਿਫਲੈਕਟ ਹੁੰਦੇ ਆ ਬੁੱਕ ਦੇ ਵਿੱਚ। ਉਹਨਾਂ ਵਿੱਚੋਂ ਇੱਕ ਚੀਜ਼ ਹੈ ਜੈਲਸੀ। ਲੋਕ ਇੱਕ ਦੂਜੇ ਤੋਂ ਸੜਦੇ ਵੀ ਹੈ, ਆਪਾਂ ਸਮਾਜ ਵਿੱਚ ਦੇਖਦੇ ਹਾਂ। ਤਾਂ ਐਲਮਸ ਬਹੁਤ ਜ਼ਿਆਦਾ ਸੜਦਾ ਬੋਰਿਸ ਤੋਂ ਕਿਸੇ ਨਾ ਕਿਸੇ ਵਜ੍ਹਾ ਕਰਕੇ, ਐਂਡ ਐਲਮਸ ਦੀ ਗਲਤ ਸੋਚ ਕਰਕੇ ਹੀ ਬੋਰਿਸ ਨੂੰ ਬੈਨਿਸ਼ਮੈਂਟ ਮਿਲਦੀ ਹੈ, ਉਹਨੂੰ ਕਿੰਗਡਮ ਤੋਂ ਕੱਢ ਦਿੱਤਾ ਜਾਂਦਾ, ਜਿਵੇਂ ਦੇਸ਼ ਨਿਕਾਲਾ ਕਹਿ ਦਈਏ ਆਪਾਂ। ਤਾਂ ਉਹ ਫਸਟ ਬੁੱਕ ਜਦੋਂ ਖਤਮ ਹੁੰਦੀ ਹੈ, ਉਹ ਖਤਮ ਹੁੰਦੀ ਹੈ ਐਲਮਸ ਦੀ ਸੋਚ ਤੋਂ। ਲਾਸਟ ਚੈਪਟਰ ਸਿਰਫ ਇੱਕ ਪੇਜ ਦਾ ਹੈ ਜਿਹਦੇ ਤੋਂ ਇਹ ਬੇਸ ਬਣ ਜਾਂਦਾ ਹੈ ਕਿ ਹੁਣ ਐਲਮਸ ਦੂਰ ਹੋ ਗਿਆ, ਬੋਰਿਸ ਜਿੱਤ ਗਿਆ, ਬਟ ਐਲਮਸ ਵਾਪਸ ਆਊਗਾ ਬੋਰਿਸ ਤੋਂ ਬਦਲਾ ਲੈਣ ਲਈ। ਤਾਂ ਇਸ ਬੁੱਕ ਦੇ ਵਿੱਚ ਹੁਣ ਐਲਮਸ ਬੋਰਿਸ ਤੋਂ ਬਦਲਾ ਲੈਣ ਲਈ ਵਾਪਸ ਆਉਂਦਾ, ਤੇ ਸਟੈਲਥ ਵਰਡ ਆਪਾਂ ਤਾਂ ਹੀ ਯੂਜ਼ ਕੀਤਾ ਹੈ ਕਿਉਂਕਿ ਉਹਦੇ ਕੋਲੇ ਉਹ ਕੋਈ ਇੰਨਾ ਤਾਕਤਵਰ ਨਹੀਂ ਹੈਗਾ ਕਿ ਉਹ ਸਿੱਧਾ ਆ ਕੇ ਇਹਦੇ ਨਾਲ ਬੋਰਿਸ ਤੋਂ ਜਿੱਤ ਸਕੇ। ਤਾਂ ਉਹ ਇੱਕ ਸਟੈਲਥ ਮੋਡ ਦੇ ਵਿੱਚ ਹੈ, ਉਹ ਚੋਰੀ ਚੁੱਪੇ ਹੌਲੀ ਹੌਲੀ ਇਹਦੇ ਨਾਲ ਕਿਸੇ ਤਰ੍ਹਾਂ ਨਾਲ ਬਦਲਾ ਲੈਣ ਦੇ ਹਿਸਾਬ ਨਾਲ ਆਇਆ। ਬਟ ਅਗੇਨ ਬਾਈ ਦਾ ਓਬਵੀਅਸਲੀ ਜਿੱਤ ਹਮੇਸ਼ਾ ਸੱਚ ਦੀ ਹੁੰਦੀ ਹੈ, ਰੀਅਲ ਲਾਈਫ ਵਿੱਚ ਵੀ, ਫਿਕਸ਼ਨ ਵਿੱਚ ਵੀ। ਮੈਂ ਇਸ ਚੀਜ਼ ਨੂੰ ਨਕਾਰ ਨਹੀਂ ਸਕਦਾ। ਤੇ ਇਸ ਬੁੱਕ ਦਾ ਜਿਹੜਾ ਲਾਸਟ ਚੈਪਟਰ ਵੀ ਹੈ ਜੀ, ਉਹ ਲਾਸਟ ਚੈਪਟਰ, ਜਿਵੇਂ ਪਹਿਲੀ ਬੁੱਕ ਦਾ ਲਾਸਟ ਚੈਪਟਰ ਬੇਸ ਬਣਿਆ ਸੀ ਸੈਕੰਡ ਬੁੱਕ ਦੇ ਲਈ, ਤਾਂ ਇਹਦਾ ਵੀ ਲਾਸਟ ਚੈਪਟਰ ਬੇਸ ਬਣ ਚੁੱਕਿਆ ਥਰਡ ਬੁੱਕ ਦੇ ਲਈ। ਤਾਂ ਥਰਡ ਬੁੱਕ ਦਾ ਆਊਗੀ ਹੀ ਆਊਗੀ। ਇਹ ਨਾ ਅੱਛੇ ਰਾਈਟਰਸ ਦੀ ਨਾ ਬੜੀ ਅੱਛੀ ਗੱਲ ਹੁੰਦੀ ਹੈ, ਕਿਉਂਕਿ ਉਹ ਰੀਡਰਸ ਨੂੰ ਨਾ ਕਿਤੇ ਜਾਣ ਨਹੀਂ ਦਿੰਦੇ, ਤੇ ਉਹ ਹਮੇਸ਼ਾ ਕੋਈ ਨਾ ਕੋਈ ਸਸਪੈਂਸ ਪਾ ਕੇ ਹੀ ਰੱਖਦੇ ਕਿ ਬੰਦਾ ਅਗਲੀ ਕਿਤਾਬ ਜ਼ਰੂਰ ਪੜ੍ਹੇ। ਔਰ ਸਭ ਤੋਂ ਵੱਡੀ ਖਾਸ ਗੱਲ ਮੈਂ ਦੱਸੂਗੀ ਕਿ ਇਹ ਜਿਹੜੀ ਕਿਤਾਬ ਹੈ ਇਹ ਬਹੁਤ ਹੀ ਮਤਲਬ ਦੇਖਣ ਨੂੰ ਬਹੁਤ ਛੋਟੀ ਲੱਗਦੀ ਹੈ, ਬਟ ਇਹਦੇ 'ਚ ਕਹਾਣੀ ਜਿਹੜੀ ਹੈ ਨਾ ਬਹੁਤ ਦਮਦਾਰ ਹੈਗੀ ਹੈ। ਤੇ ਈਵਨ ਕਿ ਜਿਹੜੀ ਕਿਤਾਬ ਦਾ, ਕਿਉਂਕਿ ਜਿਸ ਤਰ੍ਹਾਂ ਨਾਮ ਅਸੀਂ ਪੜ੍ਹਦੇ ਹਾਂ ਬੋਰਿਸ ਐਂਡ ਦ ਸਟੈਲਥ ਆਫ ਐਲਮਸ, ਹੈ ਨਾ, ਲੱਗਦਾ ਕਿ ਕਾਫੀ ਮੋਟੀ ਕਿਤਾਬ ਹੋਏਗੀ, ਬਟ ਮੈਨੂੰ ਲੱਗਦਾ ਕਿ ਇਹਨਾਂ ਨੇ ਦਰਸ਼ਕਾਂ ਨੂੰ ਧਿਆਨ 'ਚ ਰੱਖਦੇ ਹੋਏ ਇਹ ਕਿਤਾਬ ਲਿਖੀ ਹੈ ਕਿ ਜਲਦੀ ਪੜ੍ਹੀ ਜਾਏ ਤਾਂ ਕਿ ਬੰਦੇ ਦਾ ਜਿਹੜਾ ਇੱਕ ਟਾਈਮ ਹੈ ਉਹ ਵੀ ਬਚ ਜਾਏ ਤੇ ਬੰਦਾ ਕੁਝ ਹੋਰ ਵੀ ਕਰ ਸਕੇ। ਸੋ ਬਿਲਕੁਲ ਇਹ ਇੱਕ ਥਾਟ ਰਹਿੰਦੀ ਹੈ ਮੇਰੇ ਦਿਮਾਗ ਵਿੱਚ, ਬਟ ਬਹੁਤ ਚੀਜ਼ਾਂ ਜੋ ਕੰਸਿਸਟੈਂਟ ਰੱਖੀਆਂ ਜਾਣਗੀਆਂ ਜੀ। ਫਸਟ ਬੁੱਕ ਵਿੱਚ ਵੀ 13 ਹੀ ਚੈਪਟਰ ਸੀਗੇ ਜੀ, ਉਹ ਵੀ ਅਰਾਊਂਡ 100-106 ਪੇਜਾਂ ਦੀ ਸੀ। ਜਿਹੜੀ ਸੈਕੰਡ ਬੁੱਕ ਹੈ ਉਹ ਵੀ 13 ਚੈਪਟਰਸ ਦੀ ਹੀ ਹੈ, 120 ਟੋਟਲ ਪੇਜ ਹੈ ਉਹਦੇ ਵਿੱਚ, ਇਨਕਲੂਡਿੰਗ ਜਿਹੜੇ ਫਸਟ ਪੇਜ ਐਕਨੋਲੇਜਮੈਂਟ ਡੈਡੀਕੇਸ਼ਨ ਦੇ ਸਾਰੇ ਪੇਜ ਹੁੰਦੇ। ਤਾਂ ਪੜ੍ਹਨ ਵਾਲੇ ਅਰਾਊਂਡ ਉਹੀ 110-105 ਪੇਜ ਰਹਿਣਗੇ। ਤੁਹਾਡੀ ਇਸ ਕਿਤਾਬ ਦੇ ਵਿੱਚ ਇੱਕ ਦੋ ਕੈਰੈਕਟਰਸ ਹੋਰ ਨੇ, ਮੈਨੂੰ ਇੱਕ ਦਾ ਨਾਮ ਯਾਦ ਹੈ, ਓਥਮ, ਜੋ ਬੜਾ ਹੀ ਪੋਇਟਿਕ ਵੇ ਨਾਲ ਹਰ ਜਵਾਬ ਦਿੰਦਾ ਆਪਣਾ, ਹੈ ਨਾ। ਤੇ ਮਤਲਬ ਉਹਦਾ ਕੀ ਕਾਰਨ ਹੈ? ਉਹ ਕਿਉਂ ਹਰ ਇੱਕ ਚੀਜ਼ ਨੂੰ ਬੜੇ ਹੀ ਈਜ਼ੀਲੀ, ਬੜੇ ਹੀ ਪਿਆਰ ਨਾਲ ਔਰ ਬੜੇ ਹੀ ਮਤਲਬ ਪੋਇਟਿਕ ਵੇ ਨਾਲ ਸਮਝਾਉਂਦਾ ਹੈ? ਤੇ ਉਹ ਕੈਰੈਕਟਰ ਨੂੰ ਮੈਂ ਚਾਹੂੰਗੀ, ਕਿਉਂਕਿ ਮੇਨ ਕੈਰੈਕਟਰ ਤਾਂ ਚਲੋ ਅਸੀਂ ਸਮਝ ਗਏ ਕਿ ਇੱਕ ਐਲਮਸ ਔਰ ਬੋਰਿਸ ਦੇ ਵਿੱਚ ਇੱਕ ਲੜਾਈ ਰਹਿੰਦੀ ਹੈ ਸੱਚ ਔਰ ਝੂਠ ਵਾਲੀ, ਜਿਹੜੀ ਹਮੇਸ਼ਾ ਅਸੀਂ ਦੇਖਦੇ ਆਉਂਦੇ ਹਾਂ। ਬਹੁਤ ਸਾਰੀ ਮਾਈਥੋਲੋਜੀਕਲੀ ਅਸੀਂ ਹੋਰ ਵੀ ਸਟੋਰੀਜ਼ ਪੜ੍ਹੀਆਂ ਨੇ ਜਿਨ੍ਹਾਂ ਨੂੰ ਅਸੀਂ ਕਦੇ ਦੇਖਿਆ ਨਹੀਂ, ਬਟ ਅਸੀਂ ਪੜ੍ਹੀਆਂ ਨੇ ਜ਼ਰੂਰ, ਕਿਤਾਬਾਂ ਦੇ ਵਿੱਚ ਪੜ੍ਹੀਆਂ ਨੇ, ਕੁਝ ਉਸ ਤਰ੍ਹਾਂ ਦੀਆਂ। ਬਟ ਓਥਮ ਇੱਕ ਬੜਾ ਇੰਟਰਸਟਿੰਗ ਜਿਹਾ ਕੈਰੈਕਟਰ ਹੈ ਇਹਦੇ ਵਿੱਚ, ਉਹਦੇ ਬਾਰੇ ਕੁਝ ਜਾਣਨਾ ਚਾਹਾਂਗੇ। ਮੈਂ ਜਦੋਂ ਲਿਖਣਾ ਸ਼ੁਰੂ ਕੀਤਾ ਸੀ ਸਕੂਲ ਦੇ ਵਿੱਚ ਵੀ, ਤਾਂ ਮੈਂ ਪਹਿਲਾਂ ਪੋਇਮਸ ਲਿਖਣ ਦੀ ਹੀ ਕੋਸ਼ਿਸ਼ ਕੀਤੀ ਸੀ। ਇੱਕ ਮਿੰਟ, ਤੁਹਾਡਾ ਜਵਾਬ ਤੋਂ ਪਹਿਲਾਂ ਮੈਂ ਇਹ ਪੁੱਛੂੰਗੀ ਕਿ ਉਹ ਓਥਮ ਕਿਤੇ ਤੁਹਾਡੇ ਅੰਦਰ ਤਾਂ ਨਹੀਂ ਹੈ ਉਹ ਪੋਇਟ? ਉਹ ਕਿਤੇ ਰਾਈਟਰ ਦੇ ਨਾਲ ਨਾਲ ਪੋਇਟ ਵੀ ਹੋ ਤੁਸੀਂ ਬਹੁਤ ਅੱਛੇ, ਕਿਉਂਕਿ ਮੈਨੂੰ ਲੱਗਦਾ ਕਿ ਉਹ ਪੋਇਮਸ ਵੀ ਤੁਸੀਂ ਹੀ ਲਿਖੀਆਂ ਨੇ। ਉਹ ਚੀਜ਼ਾਂ ਮੈਟਰ ਕਰਦੀਆਂ ਜੋ ਆਪਣੀ ਰੀਅਲ ਲਾਈਫ, ਜਿਵੇਂ ਫਸਟ ਬੁੱਕ ਪੜ੍ਹਨ ਤੋਂ ਬਾਅਦ ਵੀ ਇੱਕ ਮੇਰੇ ਅੰਕਲ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਰਿਵਿਊ ਕੀਤੀ ਸੀ ਬੁੱਕ, ਤੇ ਉਹਨਾਂ ਨੇ ਮੈਨੂੰ ਇਹੀ ਕਿਹਾ ਸੀ ਕਿ ਤੇਰੀ ਬੁੱਕ ਕਹਿਣ ਨੂੰ ਫਿਕਸ਼ਨ ਹੈ, ਬਟ ਕਿਤੇ ਨਾ ਕਿਤੇ ਸੋਸਾਇਟੀ ਦੀਆਂ ਬਹੁਤ ਸਾਰੀਆਂ ਚੀਜ਼ਾਂ ਇਹਦੇ 'ਚ ਰਿਫਲੈਕਟ ਹੋ ਰਹੀਆਂ ਜੀ। ਤਾਂ ਮੇਰੀ ਆਪਣੀ ਚੀਜ਼ ਵੀ ਇਹਦੇ 'ਚ ਰਿਫਲੈਕਟ ਹੁੰਦੀ ਹੈ। ਲਿਖਿਆ ਸਾਰਾ ਫਿਕਸ਼ਨ ਹੈ, ਬਟ ਆਪਣੇ ਕੈਰੈਕਟਰ ਨੂੰ ਕਿਤੇ ਨਾ ਕਿਤੇ ਉਹਦੇ ਵਿੱਚ ਪਾ ਦਿੰਦੇ ਆਪਾਂ। ਤਾਂ ਮੈਂ ਜਿਹੜੀ ਲਿਖਣ ਦੀ ਸ਼ੁਰੂਆਤ ਸਕੂਲ ਟਾਈਮ 'ਚ ਕੀਤੀ, ਤਾਂ ਪਹਿਲਾਂ ਮੈਂ ਪੋਇਮ ਲਿਖਣ ਦੀ ਕੋਸ਼ਿਸ਼ ਕੀਤੀ ਸੀ, ਤਾਂ ਉਹ ਬਲੱਡ 'ਚ ਆਪਣੇ ਉਹ ਚੀਜ਼ ਦਿਮਾਗ 'ਚ ਹੁੰਦੀ ਹੈ ਕਿਤੇ ਨਾ ਕਿਤੇ। ਤਾਂ ਉਹ ਹਰ ਚੀਜ਼ ਦਾ ਕਿਊਰੀਓਸਿਟੀ ਇੱਕ ਬੇਸ ਹੈ ਇਸ ਬੁੱਕ ਦਾ। ਮੈਂ ਵੀ ਬਹੁਤ ਕਿਊਰੀਅਸ ਰਹਿੰਦਾ ਹਰ ਇੱਕ ਚੀਜ਼ ਬਾਰੇ। ਕੋਈ ਮੈਨੂੰ ਕੋਈ ਗੱਲ ਕਹਿ ਦੇਵੇ ਤਾਂ ਇਮੀਡੀਏਟਲੀ ਉਹਦੇ ਤੇ ਯਕੀਨ ਕਰਨਾ ਮੈਨੂੰ ਥੋੜਾ ਔਖਾ ਲੱਗਦਾ ਹੁੰਦਾ, ਜੇ ਉਹ ਫੈਕਚੁਅਲ ਨਹੀਂ ਹੈਗੀ। ਜੇ ਫੈਕਟ ਹੈ, ਪ੍ਰੂਵਡ ਹੈ, ਠੀਕ ਹੈ, ਇਟਸ ਆਲ ਰਾਈਟ, ਤਾਂ ਉਹਨੂੰ ਬਦਲ ਨਹੀਂ ਸਕਦਾ ਕੋਈ। ਤਾਂ ਇਹਦੇ ਵਿੱਚ ਵੀ ਉਹ
ਕਿਉਰਿਓਸਿਟੀ ਬਹੁਤ ਹੈ ਤੇ ਕਿਸੇ ਵੀ ਸਵਾਲ ਦਾ ਜਵਾਬ ਪੋਇਮ ਦੇ ਤਰੀਕੇ ਨਾਲ, ਗੀਤ ਦੇ ਤਰੀਕੇ ਨਾਲ ਕਿਵੇਂ ਦਿੱਤਾ ਜਾ ਸਕਦਾ, ਉਹ ਮੇਰੇ ਅੰਦਰ ਹਮੇਸ਼ਾ ਰਹਿੰਦਾ ਸੀ। ਤਾਂ ਇੱਕ ਤਾਂ ਉਹ ਕੈਰੈਕਟਰ ਦਾ ਪਾਰਟ ਹੈ, ਉਥਮ ਹਰ ਇੱਕ ਸਵਾਲ ਦਾ ਜਵਾਬ ਪੋਇਟਿਕ ਵੇਚ ਦਿੰਦਾ, ਤੇ ਉਹ ਅਲੱਗ-ਅਲੱਗ ਆਡੀਅנס ਨੂੰ ਕੇਟਰ ਕਰਨ ਦਾ ਵੀ ਇੱਕ ਤਰੀਕਾ ਹੁੰਦਾ ਜੀ। ਬਹੁਤ ਸਾਰੀ ਆਡੀਅנס ਇਹੋ ਜਿਹੀ ਵੀ ਹੋਊਗੀ ਜਿਹੜੀ ਪੋਇਮਸ ਪੜ੍ਹਨ ਦੀ ਸ਼ੌਕੀਨ ਹੋਵੇ, ਤਾਂ ਉਹਨਾਂ ਨੂੰ ਇਹ ਬੁੱਕ ਪੜ੍ਹ ਕੇ ਬਹੁਤ ਜ਼ਿਆਦਾ ਉਸ ਕੈਰੈਕਟਰ ਨੂੰ ਨਾਲ ਲਗਾਵ ਹੁੰਦਾ ਹੈ ਕਿ ਹਰ ਸਵਾਲ ਦਾ ਜਵਾਬ ਪੋਇਮ ਦੇ ਤਰੀਕੇ ਨਾਲ ਕਿਵੇਂ ਦਿੱਤਾ ਜਾ ਰਿਹਾ, ਬਹੁਤ ਘੱਟ ਸ਼ਬਦਾਂ ਵਿੱਚ। ਪੋਇਟਰੀ ਦੀ ਖਾਸੀਅਤ ਵੀ ਇਹੀ ਹੁੰਦੀ ਹੈ, ਘੱਟ ਸ਼ਬਦਾਂ ਦੇ ਵਿੱਚ ਬਹੁਤ ਕੁਝ ਕਹਿ ਜਾਣਾ। ਸੋ ਇਹ ਤਾਂ ਰਹੀ, ਕਿਉਂਕਿ ਹੁਣ ਮੈਂ ਇਹ ਵੀ ਪੁੱਛਣਾ ਚਾਹੂੰਗੀ, ਕਿਉਂਕਿ ਜਦੋਂ ਕੋਈ ਕਿਤਾਬ ਦੇਖਦੇ ਆ ਜਾਂ ਆਪਾਂ ਕੋਈ ਫਿਲਮ ਦੇਖਦੇ ਆ, ਕਿਉਂਕਿ ਕਿਤਾਬ ਔਰ ਫਿਲਮ ਆਲਮੋਸਟ ਸੇਮ ਹੀ ਲੱਗਦੀ ਹੈ, ਕਿਉਂਕਿ ਸਿਰਫ ਉਹਦੇ 'ਚ ਅਸੀਂ ਵਿਜ਼ੂਅਲੀ ਦੇਖ ਸਕਦੇ ਹਾਂ, ਕੈਰੈਕਟਰਸ ਨੂੰ ਐਨਾਲਾਈਜ਼ ਕਰ ਸਕਦੇ ਹਾਂ, ਤੇ ਇੱਥੇ ਸਾਨੂੰ ਕੈਰੈਕਟਰਸ ਨੂੰ ਫੀਲ ਕਰਨਾ ਪੈਂਦਾ ਕਿਤਾਬ ਦੇ ਜ਼ਰੀਏ। ਕਿਤਾਬ ਦੇ ਵਿੱਚ ਮੇਨ ਕੈਰੈਕਟਰਸ ਤਾਂ ਹੁੰਦੇ ਹੀ ਹੁੰਦੇ, ਸਪੋਰਟਿੰਗ ਕੈਰੈਕਟਰਸ ਵੀ ਬਹੁਤ ਸਾਰੇ ਹੁੰਦੇ। ਤੁਹਾਡੇ ਅਕੋਰਡਿੰਗ ਸਪੋਰਟਿੰਗ ਕੈਰੈਕਟਰਸ ਕਿੰਨੇ ਕੁ ਇੰਪੋਰਟੈਂਟ ਹੁੰਦੇ ਨੇ ਕਿਤਾਬ ਨੂੰ ਲਿਖਣ ਦੇ ਵਿੱਚ, ਜਾਂ ਫਿਰ ਕਿਤਾਬ ਦੋ ਬੰਦਿਆਂ ਤੇ ਵੀ ਲਿਖੀ ਜਾ ਸਕਦੀ ਹੈ? ਮੈਮ ਸਪੋਰਟਿੰਗ ਕੈਰੈਕਟਰਸ ਇਕੁਅਲੀ ਇੰਪੋਰਟੈਂਟ ਹੁੰਦੇ ਆ ਮੇਰੇ ਹਿਸਾਬ ਨਾਲ। ਸੋ ਮੈਨੂੰ ਇਹ ਲੱਗਦਾ ਸਪੋਰਟਿੰਗ ਕੈਰੈਕਟਰਸ ਤੋਂ ਬਿਨਾਂ ਜਿਹੜਾ ਮੇਨ ਕੈਰੈਕਟਰ ਹੈ ਉਹ ਵੀ ਕਿਤੇ ਨਾ ਕਿਤੇ ਡਲ ਰਹਿ ਜਾਂਦਾ। ਜੇ ਇਸ ਬੁੱਕ ਦੀ ਵੀ ਆਪਾਂ ਗੱਲ ਕਰੀਏ ਐਗਜ਼ਾਮਪਲ ਦੇ ਤੌਰ ਤੇ, ਜੇ ਕੈਰੈਕਟਰ ਹੈ ਬੋਰਿਸ, ਜੇ ਬੋਰਿਸ ਦੇ ਨਾਲ ਕੋਈ ਸਪੋਰਟਿੰਗ ਕੈਰੈਕਟਰਸ ਹੈਗੇ ਆ ਤੇ ਸਪੋਰਟਿੰਗ ਕੈਰੈਕਟਰਸ ਉਹਦੀ ਲਾਈਫ ਨੂੰ ਅਫੈਕਟ ਕਰ ਰਹੇ ਆ, ਚਾਹੇ ਪੋਜ਼ਿਟਿਵਲੀ ਚਾਹੇ ਨੈਗੇਟਿਵਲੀ, ਤਾਂ ਹੀ ਆਪਾਂ ਉਸੇ ਹਿਸਾਬ ਨਾਲ ਹੀ ਬੋਰਿਸ ਦੀਆਂ ਇਮੋਸ਼ਨਸ ਵੀ ਦੱਸ ਸਕਾਂਗੇ ਕਿ ਬੋਰਿਸ ਨੂੰ ਕਿਵੇਂ ਦਾ ਲੱਗਿਆ ਜਦੋਂ ਇਹ ਚੀਜ਼ ਹੋਈ। ਜੇ ਕੁਝ ਵਾਪਰੂਗਾ ਹੀ ਨਹੀਂ, ਸਪੋਰਟਿੰਗ ਕੈਰੈਕਟਰ ਕੁਝ ਗਲਤ ਜਾਂ ਪੋਜ਼ਿਟਿਵ ਕਰੂਗਾ ਹੀ ਨਹੀਂ, ਤਾਂ ਮੇਨ ਕੈਰੈਕਟਰ ਨੂੰ ਆਪਾਂ ਉਹਦੇ ਹਿਸਾਬ ਨਾਲ ਕਿਵੇਂ ਨਿਖਾਰ ਕੇ ਸਾਹਮਣੇ ਲੈ ਕੇ ਆਵਾਂਗੇ। ਮੈਂ ਇੱਕ ਜਗ੍ਹਾ ਪੜ੍ਹਿਆ ਵੀ ਸੀਗਾ, ਬੋਰਿਸ ਤੇ ਔਥਮ ਦੇ ਵਿੱਚ ਇੱਕ ਕਨਵਰਸੇਸ਼ਨ ਵੀ ਹੁੰਦੀ ਹੈ ਥੋੜੀ ਜਿਹੀ, ਹੈ ਨਾ, ਕਿ ਜਦੋਂ ਉਹ ਪੋਇਟਿਕਲੀ ਉਹਨੂੰ ਦਿਖਾ ਰਿਹਾ ਹੁੰਦਾ ਤੇ ਉਹ ਇਮੇਜਿਨੇਸ਼ਨ ਦੇ ਵਿੱਚ ਚਲਾ ਜਾਂਦਾ। ਬਿਲਕੁਲ, ਹਾਂਜੀ। ਸੋ ਉਸ ਨੂੰ ਕਾਮ ਕਰ ਦਿੰਦਾ ਕਿਤੇ ਨਾ ਕਿਤੇ। ਐਗਜ਼ੈਕਟਲੀ। ਤਾਂ ਉਹ ਜਿਹੜਾ ਸਪੋਰਟਿੰਗ ਕੈਰੈਕਟਰ ਜਿਵੇਂ ਔਥਮ ਹੈ, ਉਸੇ ਤਰ੍ਹਾਂ ਹੋਰ ਸਪੋਰਟਿੰਗ ਕੈਰੈਕਟਰਸ ਹੈਗੇ ਆ ਇਹਦੇ ਵਿੱਚ। ਸਾਈਕਰ ਹੈ, ਕੋਰਾ ਹੈ, ਐਂਡ ਦੈਨ ਵੁਲਫੀ ਹੈ। ਵੁਲਫੀ ਜਿਹੜਾ ਹੈ ਉਹ ਇੱਕ ਜੰਗਲ ਕੈਰੈਕਟਰ ਹੈ ਇਹਦੇ ਵਿੱਚ। ਤਾਂ ਅਲੱਗ-ਅਲੱਗ ਕੈਰੈਕਟਰਸ ਦਾ ਅਲੱਗ-ਅਲੱਗ ਰੋਲ ਹੈ, ਪੋਜ਼ਿਟਿਵ ਰੋਲ ਵੀ ਹੈ, ਨੈਗੇਟਿਵ ਰੋਲ ਵੀ ਹੈ। ਬਟ ਐਟ ਦ ਸੇਮ ਟਾਈਮ ਮੈਨੂੰ ਲੱਗਦਾ ਵੀ ਮੇਰੀ ਬੁੱਕ ਦੇ ਜਾਂ ਕਿਸੇ ਵੀ ਹੋਰ ਬੁੱਕ ਦੇ ਸਪੋਰਟਿੰਗ ਕੈਰੈਕਟਰਸ ਤੇ ਵੀ ਬੁੱਕ ਬਹੁਤ ਜ਼ਿਆਦਾ ਡਿਪੈਂਡ ਕਰਦੀ ਹੈ। ਜਦੋਂ ਤੱਕ ਸਪੋਰਟਿੰਗ ਕੈਰੈਕਟਰਸ ਨੂੰ ਆਪਾਂ ਕਲੀਅਰਲੀ ਪ੍ਰੈਜ਼ੈਂਟ ਨਹੀਂ ਕਰਾਂਗੇ, ਤਾਂ ਜਿਹੜੇ ਲੀਡ ਕੈਰੈਕਟਰਸ ਹੈ ਉਹਨਾਂ ਨੂੰ ਵੀ ਆਪਾਂ ਪ੍ਰੈਜ਼ੈਂਟ ਨਹੀਂ ਕਰ ਪਾਵਾਂਗੇ। ਸੋ ਬਾਕੀ ਬੁੱਕ ਨੂੰ ਜਿੰਨਾ ਕਿ ਮੈਂ ਪੜ੍ਹਿਆ, ਜੇ ਸਟਾਰਟ ਹੀ ਕੀਤਾ, ਤੇ ਮੈਂ ਚਾਹਾਂਗੀ ਕਿ ਇਸ ਗੱਲ ਦਾ ਤੁਸੀਂ ਨਾਰਾਜ਼ ਨਾ ਹੋਣਾ, ਕਿਉਂਕਿ ਮੈਂ ਜੇ ਸਟਾਰਟ ਹੀ ਕੀਤਾ ਤੇ ਵਾਕਈ ਬੁੱਕ ਬਹੁਤ ਇੰਟਰਸਟਿੰਗ ਹੈ, ਜਿਸ ਹਿਸਾਬ ਨਾਲ ਪੜ੍ਹਨ ਦਾ ਆਪਣੇ ਆਪ ਹੀ ਮਨ ਕਰਦਾ ਇਹਨੂੰ ਪੜ੍ਹਨ ਵਾਸਤੇ, ਤੇ ਤੁਸੀਂ ਵੀ ਇੱਕ ਅਲੱਗ ਇਮੇਜਿਨੇਸ਼ਨ ਦੇ ਵਿੱਚ ਚਲੇ ਜਾਂਦੇ ਹੋ। ਬਟ ਇੱਕ ਚੀਜ਼ ਹੋਰ ਬਣਦੀ ਹੈ, ਕਿਉਂਕਿ ਬੀਇੰਗ ਅ ਰਾਈਟਰ ਬਹੁਤ ਲੰਬਾ ਪ੍ਰੋਸੈਸ, ਜਿਸ ਤਰ੍ਹਾਂ ਤੁਸੀਂ ਕਿਹਾ ਕਿ 5 ਸਾਲ ਤੁਹਾਨੂੰ ਲੱਗ ਗਏ ਨੇ ਕਿਤਾਬ ਨੂੰ ਲਿਖਦੇ ਹੋਏ, ਦੂਸਰਾ ਪਾਰਟ ਵੀ ਆ ਗਿਆ। ਕਦੇ ਨਾ ਕਦੀ ਤੁਹਾਡੀ ਹਿੰਮਤ ਟੁੱਟ ਜਾਂਦੀ ਹੈ, ਕੁਝ ਨਾ ਕੁਝ ਸੋਚਦੇ ਹੋ, ਇੱਕੋ ਕੰਮ ਨੂੰ ਬਾਰ-ਬਾਰ ਤੁਸੀਂ ਕਰਨਾ, ਰਿਅਲਾਈਜ਼ ਕਰਨਾ, ਕਦੀ-ਕਦੀ ਤੁਹਾਡੀ ਸਟੋਰੀ ਅੱਗੇ ਹੀ ਨਹੀਂ ਚੱਲ ਰਹੀ ਹੁੰਦੀ, ਤੇ ਕਦੀ-ਕਦੀ ਉੱਥੇ ਜਾ ਕੇ ਤੁਹਾਡੀ ਹਿੰਮਤ ਟੁੱਟ ਜਾਂਦੀ ਹੈ। ਤੇ ਜਦੋਂ ਹਿੰਮਤ ਤੁਹਾਡੀ ਟੁੱਟਦੀ ਸੀ, ਤੇ ਤੁਸੀਂ ਕਿਹੜਾ ਜਿਹੜੀ ਇੱਕ ਪੋਜ਼ਿਟਿਵ ਪਿਲ ਲਗਾਉਂਦੇ ਸੀ, ਜਾਂ ਤੁਸੀਂ ਪੋਜ਼ਿਟਿਵਲੀ ਆਪਣੇ ਆਪ ਨੂੰ ਕਿਵੇਂ ਅਪਰੋਚ ਕੀਤਾ ਫਿਰ ਕਿ ਮੈਂ ਇਸ ਨੂੰ ਕੰਟੀਨਿਊ ਕਰਨਾ ਹੈ, ਜਾਂ ਫਿਰ ਮਤਲਬ ਹੁੰਦਾ ਹੈ ਨਾ ਕਿ ਉਸ ਟਾਈਮ ਬਿਲਕੁਲ ਹਿੰਮਤ ਹਾਰ ਜਾਣੇ ਕਿ ਛੱਡ, ਮੇਰੇ ਕੋਲ ਲਿਖਿਆ ਨਹੀਂ ਜਾ ਰਿਹਾ। ਮੈਮ ਬੇਸਿਕਲੀ ਤਾਂ ਅਪਸ ਐਂਡ ਡਾਊਨਸ ਦੇਖੋ ਸਭ ਦੀ ਲਾਈਫ ਵਿੱਚ ਹੀ ਹੁੰਦੇ। ਜਿਹੜਾ ਦੁਨੀਆ ਦਾ ਸਭ ਤੋਂ ਅਮੀਰ ਇਨਸਾਨ ਵੀ ਹੈ, ਉਹ ਵੀ ਇਸ ਫਿਕਰ 'ਚ ਸੌਂਦਾ ਵੀ ਕੱਲ ਨੂੰ ਕਿਤੇ ਜਿਹੜਾ ਸੈਕਿੰਡ ਨੰਬਰ ਵਾਲਾ ਉਹ ਮੇਥੋਂ ਵੱਧ ਅਮੀਰ ਨਾ ਹੋ ਜਾਏ। ਬਿਲਕੁਲ। ਤਾਂ ਉਹ ਫਿਕਰਾਂ ਆਪਣੀ ਜ਼ਿੰਦਗੀ 'ਚੋਂ ਜਾ ਨਹੀਂ ਸਕਦੀਆਂ। ਲਾਈਫ ਬਹੁਤ ਕੰਪਲੈਕਸ ਹੈਗੀ ਹੈ, ਮਿਹਨਤ ਕਰਨੀ ਪੈਂਦੀ ਹੈ ਦਿਨ ਰਾਤ ਆਪਾਂ ਨੂੰ, ਤੇ ਅਪਸ ਐਂਡ ਡਾਊਨਸ ਹਰ ਤਰ੍ਹਾਂ ਦੇ ਆਉਂਦੇ, ਜ਼ਰੂਰੀ ਨਹੀਂ ਆਪਣੇ ਕਰਕੇ ਹੀ ਆਉਣ, ਕਿਸੇ ਹੋਰ ਦੀ ਵਜ੍ਹਾ ਕਰਕੇ ਵੀ ਆ ਜਾਂਦੇ ਆ ਜੀ। ਤਾਂ ਪਰੇਸ਼ਾਨੀਆਂ ਦੇ ਨਾਲ ਦਾ ਸਾਹਮਣਾ ਕਰਦੇ ਹੋਏ ਆਪਣੇ ਕੰਮ ਨੂੰ ਕੰਟੀਨਿਊ ਕਰਨਾ, ਇਹੀ ਜ਼ਿੰਦਗੀ ਹੈ ਜੀ। ਬਿਲਕੁਲ। ਜਿਵੇਂ ਸਾਰੇ ਮਿਹਨਤ ਕਰ ਰਹੇ, ਉਸੇ ਤਰ੍ਹਾਂ ਮੈਂ ਵੀ ਆਪਣੇ ਪੈਸ਼ਨ ਨੂੰ ਕੰਟੀਨਿਊ ਕਰਨ ਦੇ ਲਈ ਮਿਹਨਤ ਕੀਤੀ ਹੈ। ਐਂਡ ਜਿਵੇਂ ਤੁਸੀਂ ਕਿਹਾ ਕਿ ਮੈਂ ਪੋਜ਼ਿਟਿਵਿਟੀ ਕਿੱਥੋਂ ਲੈਣਾ ਹੈ, ਮੇਰੀ ਫੈਮਿਲੀ ਮੇਰੇ ਸਪੋਰਟਿੰਗ ਪਿਲਰਸ ਹੈਗੇ ਜੀ, ਮੰਮੀ ਪਾਪਾ, ਵੱਡੇ ਬ੍ਰਦਰ ਐਂਡ ਰਿਲੇਟਿਵਸ, ਫਰੈਂਡਸ। ਮੈਂ ਹਰ ਸਾਹ ਨਾਲ ਬਲੈਸਡ ਫੀਲ ਕਰਦਾ, ਐਂਡ ਸਭ ਨੂੰ ਹਮੇਸ਼ਾ ਇਹ ਗੱਲ ਕਹਿੰਦਾ ਵੀ ਹਾਂ ਕਿ ਮੈਂ ਬਹੁਤ ਜ਼ਿਆਦਾ ਬਲੈਸਡ ਹਾਂ ਕਿ ਮੈਨੂੰ ਸਭ ਪਾਸਿਓਂ ਪੋਜ਼ਿਟਿਵਿਟੀ ਮਿਲਦੀ ਹੈ। ਜੇ ਮੈਂ ਕਿਤੇ ਨੈਗੇਟਿਵ ਹੋਵਾਂ ਤਾਂ ਮੈਨੂੰ ਸਾਰੇ ਹੁੰਦੇ ਆ, ਫੈਮਿਲੀ ਵਾਲੇ ਵੀ, ਫਰੈਂਡਸ ਵੀ, ਪੋਜ਼ਿਟਿਵ ਕਰਨ ਦੇ ਲਈ। ਐਂਡ ਐਟ ਦ ਸੇਮ ਟਾਈਮ ਕਿਤੇ ਨਾ ਕਿਤੇ ਮੈਨੂੰ ਰੱਬ ਦਾ ਬਹੁਤ ਜ਼ਿਆਦਾ ਹੱਥ ਲੱਗਦਾ ਆਪਣੇ ਸਿਰ ਤੇ। ਮੈਂ ਰੈਗੂਲਰਲੀ ਜਾਂ ਕੋਈ ਕੁਛ ਪੋਜ਼ਿਟਿਵ ਮੰਗਣ ਦੇ ਲਈ ਗੁਰਦੁਆਰਾ ਸਾਹਿਬ ਨਹੀਂ ਜਾਂਦਾ, ਬਟ ਜਦੋਂ ਵੀ ਕੁਛ ਪੋਜ਼ਿਟਿਵ ਹੁੰਦਾ ਮੇਰੀ ਲਾਈਫ 'ਚ, ਉਦੋਂ ਜ਼ਰੂਰ ਮੈਂ ਗੁਰਦੁਆਰਾ ਸਾਹਿਬ ਜਾਂਦਾ, ਮੱਥਾ ਟੇਕਦਾ, ਬੈਠਦਾ ਉੱਥੇ। ਜਦੋਂ ਵੀ ਮੇਰੀ ਬੁੱਕ ਆਉਂਦੀ ਹੈ, ਜੇ ਮੇਰੇ ਸੋਸ਼ਲ ਮੀਡੀਆ ਪੋਸਟ ਤੇ ਵੀ ਤੁਸੀਂ ਚੈੱਕ ਕਰੋਗੇ, ਜਿੰਨੇ ਵਾਰੀ ਵੀ ਮੇਰੀ ਬੁੱਕ ਆਉਂਦੀ ਹੈ, ਪਹਿਲਾਂ ਮੈਂ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਦਾ, ਉਸ ਤੋਂ ਬਾਅਦ ਹੀ ਮੈਂ ਬੁੱਕ ਦਾ ਅੱਗੇ ਕੰਮ ਸ਼ੁਰੂ ਕਰਦਾ। ਜਦੋਂ ਬੁੱਕ ਦੀ ਹਾਰਡ ਕਾਪੀ, ਸੈਂਪਲ ਕਾਪੀ ਮੇਰੇ ਕੋਲ ਆ ਜਾਂਦੀ ਹੈ, ਉਹ ਸੈਂਪਲ ਕਾਪੀ ਲਿਜਾ ਕੇ, ਸੈਂਪਲ ਕਾਪੀ ਦਾ ਮੱਥਾ ਟਿਕਾ ਕੇ ਗੁਰਦੁਆਰਾ ਸਾਹਿਬ ਗੋਲਡਨ ਟੈਂਪਲ ਅੰਮ੍ਰਿਤਸਰ, ਇਸ ਵਾਰੀ ਕੋਈ ਵਜ੍ਹਾ ਬਣ ਗਈ ਮੈਂ ਨਹੀਂ ਜਾ ਸਕਿਆ, ਬਟ ਗੁਰਦੁਆਰਾ ਸਾਹਿਬ ਜਾਣਾ, ਮੱਥਾ ਟੇਕਣਾ, ਬੁੱਕ ਦਾ ਮੱਥਾ ਟਿਕਾਉਣਾ, ਉਦੋਂ ਤੱਕ ਮੈਂ ਬੁੱਕ ਦੀ ਕੋਈ ਵੀ ਸੋਸ਼ਲ ਐਕਟੀਵਿਟੀ ਸ਼ੁਰੂ ਨਹੀਂ ਕਰਦਾ। ਤੇ ਜਦੋਂ ਮੱਥਾ ਟੇਕਿਆ ਜਾਂਦਾ, ਫਿਰ ਮੇਰੇ ਮਨ ਨੂੰ ਤਸੱਲੀ ਹੁੰਦੀ ਹੈ ਵੀ ਰੱਬ ਨੇ ਇੱਥੋਂ ਤੱਕ ਸਾਰਾ ਕੁਝ ਵਧੀਆ ਕੀਤਾ, ਅੱਗੇ ਵੀ ਵਧੀਆ ਹੀ ਹੋਊਗਾ। ਮੈਂ ਕਦੇ ਰੱਬ ਨੂੰ ਕਹਿੰਦਾ ਨਹੀਂ ਹੈਗਾ ਕਿ ਵਧੀਆ ਹੋਵੇ,
ਮੈਨੂੰ ਉਮੀਦ ਹੈ ਤੇ ਮੈਨੂੰ ਤਸੱਲੀ ਹੈ ਕਿ ਵਧੀਆ ਹੀ ਹੋਊਗਾ। ਰੱਬ ਨੇ ਅੱਜ ਤੱਕ ਸਾਰਾ ਕੁਝ ਬਹੁਤ ਵਧੀਆ ਕੀਤਾ। ਆਪਾਂ ਕਿਸੇ ਦਾ ਮਾੜਾ ਨਹੀਂ ਕਰਦੇ, ਰੱਬ ਕਿਉਂ ਮਾੜਾ ਕਰੂਗਾ? ਠੀਕ ਹੈ, ਚੰਗਾ ਮਾੜਾ ਸਮਾਂ ਆਉਂਦਾ ਜੀ, ਬਿਲਕੁਲ। ਮਾੜਾ ਸਮਾਂ ਬੀਤ ਜਾਂਦਾ ਹੈ, ਉਹਨੂੰ ਵੀ ਆਪਾਂ ਯਾਦ ਰੱਖਦੇ ਹਾਂ ਵੀ ਉਹ ਮਾੜਾ ਸਮਾਂ ਆਇਆ ਸੀ, ਤੇ ਮਾੜਾ ਸਮਾਂ ਆਉਂਦਾ ਤਾਂ ਹੀ ਆਪਾਂ ਨੂੰ ਚੰਗੇ ਸਮੇਂ ਦੀ ਵੈਲਿਊ ਜ਼ਿਆਦਾ ਪਤਾ ਲੱਗਦੀ ਹੈ ਜੀ। ਇਹ ਤਾਂ ਰਹੀਆਂ ਤੁਹਾਡੀ ਕਿਤਾਬ ਨਾਲ ਰਿਲੇਟਡ ਗੱਲਾਂ, ਕਿਉਂਕਿ ਲੋਕ ਜਾਣਨਾ ਵੀ ਚਾਹਣਗੇ ਤੁਹਾਡੀ ਪਰਸਨਲ ਲਾਈਫ ਦੇ ਬਾਰੇ, ਤੇ ਜੇ ਮੈਂ ਜੋ ਉਹਦੇ ਬਾਰੇ ਥੋੜੀ ਜਿਹੀ ਗੱਲਬਾਤ ਅਸੀਂ ਕਰੀਏ, ਤੇ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ, ਔਰ ਇਹ ਵੀ ਜਾਣਨਾ ਚਾਹਾਂਗੇ ਕਿ ਮਤਲਬ ਹੋਰ ਕੀ ਤੁਸੀਂ ਜਿਹੜੇ ਪੈਸ਼ਨਸ ਰੱਖਦੇ ਹੋ, ਕਿਉਂਕਿ ਦੇਖੋ ਇੱਕ ਤਾਂ ਆਪਾਂ ਪਹਿਲੇ ਵੀ ਗੱਲ ਕਰ ਰਹੇ ਸੀਗੇ ਕਿ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ, ਤੇ ਇਨਸਾਨ ਨਾਲ ਕੁਛ ਨਾ ਸਿੱਖਦਾ ਰਹਿੰਦਾ, ਔਰ ਤੁਸੀਂ ਵੀ ਦੱਸ ਰਹੇ ਸੀਗੇ ਕਿ ਤੁਸੀਂ ਇਸ ਤੋਂ ਇਲਾਵਾ ਵੀ ਕੁਝ ਹੋਰ ਨਵਾਂ ਸਿੱਖ ਰਹੇ ਹੋ। ਯਾਰ ਮਤਲਬ ਛੱਡਣਾ ਵੀ ਹੈ ਕੁਝ ਕਿ ਨਹੀਂ? ਨਹੀਂ ਜੀ, ਮੈਂ ਸਿੱਖਣ ਤੇ ਬਹੁਤ ਜ਼ਿਆਦਾ ਬਿਲੀਵ ਕਰਦਾ ਹਾਂ। ਮੈਂ ਬਹੁਤ ਜ਼ਿਆਦਾ ਸਟੱਡੀ ਕਰਦਾ, ਇਸੇ ਕਰਕੇ ਜਿੱਥੇ ਵੀ ਗੱਲ ਹੁੰਦੀ ਹੈ, ਨਾਟ ਜਸਟ ਇਨ ਫਰੰਟ ਆਫ ਦ ਕੈਮਰਾ, ਅਦਰਵਾਈਜ਼ ਵੀ ਜੇ ਮੈਂ ਕਿਤੇ ਗੱਲ ਕਰ ਰਿਹਾ, ਮੈਂ ਆਪਣੇ ਟੀਚਰਸ ਨੂੰ ਹਰ ਜਗ੍ਹਾ ਤੇ ਮੈਂਸ਼ਨ ਕਰਦਾ। ਆਪਣੇ ਟੀਚਰਸ ਹੀ ਆਪਣੇ ਗੁਰੂ ਹੈ। ਘਰੇ ਆਪਣੀ ਫੈਮਿਲੀ ਆਪਾਂ ਨੂੰ ਸਭ ਕੁਝ ਸਿਖਾਉਂਦੀ ਹੈ। ਘਰ ਤੋਂ ਬਾਹਰ ਆਪਾਂ ਜ਼ਿਆਦਾ ਟਾਈਮ ਸਕੂਲ 'ਚ ਬਿਤਾਉਂਦੇ ਹਾਂ, ਕਾਲਜ ਦੇ ਵਿੱਚ ਬਿਤਾਉਂਦੇ ਹਾਂ, ਉੱਥੋਂ ਹੀ ਸਾਰਾ ਕੁਝ ਆਪਾਂ ਸਿੱਖਦੇ ਹਾਂ। ਤਾਂ ਸਿੱਖਣ ਦੀ ਕੋਈ ਸੀਮਾ ਨਹੀਂ ਹੈਗੀ ਜੀ। ਐਂਡ ਮੈਂ ਇੰਨਾ ਸਿੱਖ ਰਹੇ ਨੇ ਕਿ ਹੁਣ MBA ਵੀ ਕਰ ਰਹੇ ਨੇ। ਹਾਂਜੀ, ਸੋ ਇਹ ਚੀਜ਼ ਮੈਂ ਬਹੁਤ ਘੱਟ ਮੈਂਸ਼ਨ ਕਰਦਾ, ਬਟ ਇਹ ਗੱਲ ਸਹੀ ਹੈ, ਮੈਂ ਇਸ ਟਾਈਮ ਰੈਗੂਲਰ MBA ਕਰ ਰਿਹਾ। ਸੋ ਹੁਣ ਵੀ ਮੈਂ ਇੱਥੇ ਇੰਟਰਵਿਊ ਦੇਣ ਤੋਂ ਬਾਅਦ ਅੱਗੇ ਕਾਲਜ ਜਾਣਾ, ਕਲਾਸਿਸ ਲਾਉਣੀਆਂ, ਤੇ ਉਹ ਚੀਜ਼ ਮੈਂਡੇਟਰੀ ਨਹੀਂ ਹੈਗੀ। ਮੈਨੂੰ ਬਹੁਤ ਇਸ ਗੱਲੋਂ ਮੋਟੀਵੇਟ ਕੀਤਾ ਜਾਂਦਾ ਹੈ, ਟੀਚਰਸ ਵੀ ਮੋਟੀਵੇਟ ਕਰਦੇ ਕਿ ਜੇ ਕਿਤੇ ਤੁਸੀਂ ਪੋਜ਼ਿਟਿਵਲੀ ਇਸ ਤਰ੍ਹਾਂ ਦੀ ਕੋਈ ਅਚੀਵਮੈਂਟ ਲੈ ਰਹੇ ਹੋ ਤਾਂ ਅਸੀਂ ਤੁਹਾਨੂੰ ਕਦੇ ਵੀ ਨਹੀਂ ਕਵਾਂਗੇ ਕਿ ਤੁਸੀਂ ਕਲਾਸਾਂ ਜ਼ਰੂਰ ਲਾਓ। ਜੇ ਕਿਤੇ ਕਲਾਸ ਛੱਡਣ ਦੀ ਲੋੜ ਪੈ ਗਈ, ਤੁਸੀਂ ਸਾਨੂੰ ਦੱਸ ਕੇ ਕਲਾਸ ਛੱਡ ਸਕਦੇ ਹੋ। ਬਟ ਮੇਰੀ ਫਿਰ ਵੀ ਕੋਸ਼ਿਸ਼ ਹੁੰਦੀ ਹੈ ਵੀ ਮੈਂ ਉੱਥੇ ਜਾ ਕੇ ਸਿੱਖਾਂ। ਸਿੱਖਣ ਦਾ ਤਾਂ ਕੋਈ ਐਂਡ ਹੀ ਨਹੀਂ ਹੈਗਾ ਜੀ। ਮੈਂ ਬਿਲੋਂਗ ਕਰਦਾ ਹਾਂ ਬਿਲਕੁਲ ਨਾਰਮਲ ਕਿਸਾਨ ਫੈਮਿਲੀ ਤੋਂ, ਪਿੰਡੋਂ। ਮੇਰਾ ਪਿੰਡ ਹੈਗਾ ਜੀ ਹਨੂਮਾਨਗੜ੍ਹ ਕੋਲੇ, ਸਲੇਮਗੜ੍ਹ, ਰਾਜਸਥਾਨ ਦੇ ਵਿੱਚ। ਅਦਰਵਾਈਜ਼ ਬੋਰਨ ਐਂਡ ਬ੍ਰੌਟ ਅਪ ਪਟਿਆਲਾ, ਬੁੱਢਾ ਦਲ ਪਬਲਿਕ ਸਕੂਲ 'ਚ ਮੈਂ ਪੜ੍ਹਿਆ। ਇੰਜੀਨੀਅਰਿੰਗ ਕੀਤੀ ਜੀ ਮੈਂ ਫਤਿਹਗੜ੍ਹ ਸਾਹਿਬ ਤੋਂ, ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਤੋਂ। ਇੰਜੀਨੀਅਰਿੰਗ ਕਰਨ ਤੋਂ ਬਾਅਦ ਮੈਂ ਜੌਬ ਵੀ ਕੀਤੀ। ਉਸ ਤੋਂ ਬਾਅਦ ਅਸੀਂ ਮੋਹਾਲੀ ਮੂਵ ਹੋ ਗਏ ਵਿਦ ਫੈਮਿਲੀ, ਪਾਪਾ ਦੀ ਰਿਟਾਇਰਮੈਂਟ ਤੋਂ ਬਾਅਦ। ਤੇ ਬਟ ਉਹ ਜਿਵੇਂ ਤੁਸੀਂ ਦੱਸਿਆ ਕਿ ਮੈਂ ਸਿੱਖਣਾ ਤਾਂ ਮੈਂ ਕਦੇ ਬੰਦ ਹੀ ਨਹੀਂ ਕਰਦਾ ਜੀ। ਜਦੋਂ ਮੈਂ ਆਇਲਟਸ 2 ਵਾਰੀ ਕੀਤੀ ਹੈ, ਦੋਵੇਂ ਵਾਰ ਮੇਰੇ 8 ਬੈਂਡ ਆਏ, ਪਰ ਆਪਾਂ ਇਸ ਟਾਈਮ ਚੰਡੀਗੜ੍ਹ ਬੈਠੇ ਹੋਏ ਹਾਂ। ਮੈਂ ਕਦੇ ਬਾਹਰ ਨਹੀਂ ਗਿਆ, ਤੇ ਬਾਹਰ ਜਾਣ ਦਾ ਕੋਈ ਮੇਰੇ ਮਨ 'ਚ ਹੈ ਵੀ ਨਹੀਂ ਕਿ ਮੈਂ ਓਵਰਸੀਜ਼ ਜਾਵਾਂ। ਜੇ ਕਦੇ ਮੌਕਾ ਮਿਲੂਗਾ ਉੱਥੇ ਜਾ ਕੇ ਵੀ ਆਈ ਮਿਹਨਤ ਕਰਨੀ ਹੈ ਜਿਵੇਂ ਇੱਥੇ ਕਰ ਰਹੇ ਹਾਂ ਜੀ। ਵੈਸੇ ਦੇਖੋ ਸਵਾਲ ਬਹੁਤ ਸਾਰੇ ਨੇ, ਗੱਲਾਂ ਬਹੁਤ ਸਾਰੀਆਂ ਨੇ, ਹੈ ਨਾ, ਪਰ ਸਮਾਂ ਕਈ ਵਾਰ ਇਜਾਜ਼ਤ ਨਹੀਂ ਦਿੰਦਾ, ਕਿਉਂਕਿ ਸਾਡੀ ਵੀ ਇੱਕ ਲਿਮਿਟੇਸ਼ਨਸ ਹੁੰਦੀਆਂ ਨੇ ਸਮੇਂ ਦੇ ਵਿੱਚ ਰਹਿ ਕੇ ਗੱਲ ਕਰਨਾ। ਪਰ ਜਾਂਦੇ ਜਾਂਦੇ ਇੰਨਾ ਜ਼ਰੂਰ ਜਾਣਨਾ ਚਾਹਾਂਗੇ, ਕਿਉਂਕਿ ਅੱਜ ਕੱਲ੍ਹ ਦਾ ਜਿਹੜਾ ਨੌਜਵਾਨ ਹੈ, ਠੀਕ ਹੈ, ਉਹ ਚਾਹੁੰਦਾ ਜਾਂ ਤਾਂ ਸਿੰਗਰ ਬਣੇ ਜਾਂ ਰਾਤੋਂ ਰਾਤ ਮਤਲਬ ਸ਼ੌਹਰਤ ਵੱਲ ਜ਼ਿਆਦਾ ਉਹਦਾ ਫੋਕਸ ਹੁੰਦਾ ਹੈ ਕਿ ਜਾਂ ਸਿੰਗਰ ਬਣ ਜਾਏ ਜਾਂ ਐਕਟਰ ਬਣ ਜਾਏ। ਤੁਸੀਂ ਮਤਲਬ ਇੰਨੀ ਯੰਗ ਏਜ ਦੇ ਵਿੱਚ ਇੱਕ ਰਾਈਟਰ ਬਣਨ ਦਾ ਸੋਚਿਆ, ਤੇ ਤੁਸੀਂ ਉਸ ਫੀਲਡ ਵੱਲ ਕਿਉਂ ਨਹੀਂ ਗਏ? ਮੈਂ ਮੂਵੀ ਚਾਹ ਪੂਰਾ ਕਰ ਚੁੱਕੇ ਹਾਂ ਆਪਾਂ। ਅੱਛਾ। ਸੋ ਮੈਂ ਐਜ਼ ਅ ਸਿੰਗਰ ਵੀ ਇੱਕ Song ਰਿਲੀਜ਼ ਕੀਤਾ ਸੀ। ਮੇਰਾ ਆਪਣਾ 뮤직 ਪ੍ਰੋਡਕਸ਼ਨ ਹਾਊਸ ਵੀ ਰਹਿ ਚੁੱਕਿਆ। ਅੱਛਾ ਜੀ। ਬਟ ਓਬਵੀਅਸਲੀ ਉਹ ਜਿਵੇਂ ਤੁਸੀਂ ਕਿਹਾ ਕਿ ਉਹ ਸਿਰਫ ਇੱਕ ਕ੍ਰੇਜ਼ ਹੁੰਦਾ ਹੈ ਕਿ ਦੋਸਤਾਂ ਦਾ ਗਾਣਾ ਆ ਗਿਆ ਮੈਂ ਵੀ ਕਰ ਲਾਂ, ਬਟ ਉਹ ਗਾਣਾ ਇਸ ਟਾਈਮ ਮੈਂ ਕਿਤੇ ਵੀ ਮੈਂਸ਼ਨ ਨਹੀਂ ਕਰਦਾ। ਤੁਸੀਂ ਦੁੱਖ ਦੀ ਰਗ ਛੇੜਤੀ ਤਾਂ ਆਪਾਂ ਮੈਂਸ਼ਨ ਕਰਤਾ। ਸੋ ਮੈਂ ਐਜ਼ ਅ ਰਾਈਟਰ, ਪਹਿਲਾਂ ਐਜ਼ ਅ ਲਿਰਿਸਿਸਟ ਵੀ ਮੇਰੇ Songs YouTube ਤੇ ਹੋਰ ਸਿੰਗਰਸ ਵੱਲੋਂ ਵੀ ਆਏ ਹੋਏ ਆ। ਤੇ ਬਟ ਹਾਂਜੀ, ਨਾਲ ਹੀ ਮੈਂ ਇੱਕ ਮੈਸੇਜ ਵੀ ਦੇਣਾ ਚਾਹੂੰਗਾ ਤੇ ਆਪਣੀ ਬਹੁਤ ਪੋਜ਼ਿਟਿਵ ਵੇ ਵਿੱਚ ਕਹਿਣਾ ਚਾਹੂੰਗਾ ਕਿ ਕਿਤੇ ਨਾ ਕਿਤੇ ਜੋ ਵੀ ਨੈਗੇਟਿਵਿਟੀ ਹੈ ਨਾ, ਉਹ ਆਪਾਂ ਨੂੰ ਬਹੁਤ ਜਲਦੀ ਕੈਚ ਕਰਦੀ ਹੈ। ਕਿਤੇ ਕੁਝ ਪੋਜ਼ਿਟਿਵ ਹੋ ਰਿਹਾ ਹੋਵੇ, ਉਹ ਬਹੁਤ ਜਲਦੀ ਆਪਾਂ ਨੂੰ ਕੈਚ ਨਹੀਂ ਕਰਦਾ। 2 ਜਣੇ ਲੜ ਰਹੇ ਹੋਣ, ਸੜਕ ਤੇ ਲੜ ਰਹੇ ਹੋਣ, ਸਾਰਾ ਟ੍ਰੈਫਿਕ ਰੁਕ ਕੇ 2 ਜਣੇ ਦੀ ਲੜਾਈ ਦੇਖਣ ਲੱਗ ਜੂ। ਪਰ ਜੇ ਮੈਂ ਅੱਜ ਸੜਕ ਦੇ ਉੱਪਰ ਆਪਣੀ ਬੁੱਕ ਲੈ ਕੇ ਖੜਾ ਹੋ ਜਾਵਾਂ ਕਿ ਮੇਰੀ ਬੁੱਕ ਰਿਲੀਜ਼ ਹੋਈ ਹੈ, ਕੀ ਟ੍ਰੈਫਿਕ ਰੁਕੂਗਾ? ਕੀ ਲੋਕ ਉੱਥੇ ਖੜੇ ਹੋ ਕੇ ਮੇਰੇ ਕੋਲੇ ਆਉਣਗੇ ਕਿ ਵੀ ਤੇਰੀ ਬੁੱਕ ਰਿਲੀਜ਼ ਹੋਈ ਹੈ, ਯਾਰ ਬਹੁਤ ਬਹੁਤ ਵਧਾਈਆਂ ਸਾਨੂੰ ਆਪਦੀ ਬੁੱਕ ਦੇ? ਬਿਲਕੁਲ ਨਹੀਂ ਆਉਂਦਾ। ਤਾਂ ਨੈਗੇਟਿਵਿਟੀ ਬਹੁਤ ਜਲਦੀ ਕੈਚ ਕਰਦੀ ਹੈ ਆਪਾਂ ਨੂੰ। ਉਸੇ ਤਰ੍ਹਾਂ ਜੇ ਕਿਤੇ ਸੜਕ ਦੇ ਉੱਪਰ ਬਦਕਿਸਮਤੀ ਨਾਲ ਇਹੋ ਜਿਹੀਆਂ ਵੀਡੀਓਜ਼ ਆਪਾਂ ਦੇਖਦੇ ਹਾਂ, ਪਿੰਡ ਵਿੱਚ ਜਾਂ ਸੜਕ ਤੇ ਕੋਈ ਨਸ਼ੇ ਦੇ ਵਿੱਚ ਨੌਜਵਾਨ ਮੇਲਸ ਫੀਮੇਲਸ, ਰੀਸੈਂਟਲੀ ਬਹੁਤ ਵੀਡੀਓਜ਼ ਆਪਾਂ ਨੈਟ ਤੇ ਦੇਖੀਆਂ ਵਾਇਰਲ ਹੁੰਦੀਆਂ, ਉਹ ਵੀਡੀਓ ਬਹੁਤ ਜਲਦੀ ਵਾਇਰਲ ਹੋ ਜਾਂਦੀ ਹੈ ਤੇ ਨੈਗੇਟਿਵਿਟੀ ਬਹੁਤ ਜਲਦੀ ਫੈਲਦੀ ਹੈ। ਬਟ ਐਟ ਦ ਸੇਮ ਟਾਈਮ ਪੰਜਾਬ ਦਾ ਯੂਥ, ਇੰਡੀਆ ਦਾ ਯੂਥ, ਓਵਰਆਲ ਵਰਲਡ ਦੇ ਵਿੱਚ ਯੰਗਸਟਰਸ ਇਸ ਤਰ੍ਹਾਂ ਨਾਲ ਬਹੁਤ ਪੋਜ਼ਿਟਿਵ એનર્ਜੀ ਦੇ ਨਾਲ ਵੀ ਆਪਣਾ ਯੋਗਦਾਨ ਦੇ ਰਹੇ ਹੈ। ਹਰ ਤਰ੍ਹਾਂ ਦੇ ਡਿਪਾਰਟਮੈਂਟ ਦੇ ਵਿੱਚ, ਹਰ ਤਰ੍ਹਾਂ, ਜਿਵੇਂ ਮੈਂ ਲਿਟਰੇਚਰ ਦੇ ਵਿੱਚ ਯੋਗਦਾਨ ਪਾਇਆ, ਉਸੇ ਤਰ੍ਹਾਂ ਚੰਗੇ ਸਿੰਗਰ ਵੀ ਹੈ, ਚੰਗੇ ਪੇਂਟਰ ਵੀ ਹੈ, ਚੰਗੇ ਲਿਰਿਸਿਸਟ ਵੀ ਹੈਗੇ ਜੀ। ਤਾਂ ਉਸ ਪੋਜ਼ਿਟਿਵਿਟੀ ਨੂੰ ਸਾਹਮਣੇ ਲੈ ਕੇ ਆਉਣਾ ਆਪਣਾ ਸਾਰਿਆਂ ਦਾ, ਸਮਾਜ ਦਾ ਹੀ ਇੱਕ ਬਹੁਤ ਵੱਡੀ ਰਿਸਪੌਂਸਿਬਿਲਿਟੀ ਹੈ ਆਪਦੇ ਆਪ 'ਚ। ਸਿਰਫ ਮੀਡੀਆ ਦੀ ਨਹੀਂ, ਸਿਰਫ ਕਿਸੇ ਹੋਰ ਦੀ ਨਹੀਂ, ਸਿਰਫ ਇੱਕ ਸ਼ਖਸ ਦੀ ਨਹੀਂ। ਇਹ ਜਿਵੇਂ ਸੋਸ਼ਲ ਮੀਡੀਆ ਦੇ ਉੱਪਰ ਨੈਗੇਟਿਵਿਟੀ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ, ਮੇਰੀ ਸਭ ਨੂੰ ਤੋਂ ਇਹ ਮੈਂ ਐਕਸਪੈਕਟ ਵੀ ਕਰਦਾ ਤੇ ਮੈਂ ਕਹਿੰਦਾ ਵੀ ਆਪਣੀ ਸਭ ਦੀ ਰਿਸਪੌਂਸਿਬਿਲਿਟੀ ਵੀ ਹੈ ਕਿ ਇਸ ਤਰ੍ਹਾਂ ਦੀ ਪੋਜ਼ਿਟਿਵਿਟੀ ਨੂੰ ਜ਼ਰੂਰ ਸ਼ੇਅਰ ਕੀਤਾ ਜਾਵੇ। ਜਦੋਂ ਕੋਈ ਕਲਾਕਾਰ ਚਲਾ ਜਾਂਦਾ, ਉਸ ਤੋਂ ਬਾਅਦ ਬਹੁਤ ਯਾਦ ਕੀਤਾ ਜਾਂਦਾ ਵੀ ਯਾਰ ਉਹਦੀ ਕਲਾ ਦਾ ਆਪਾਂ ਮੁੱਲ ਨਹੀਂ ਪਾਇਆ, ਤੇ ਜਿੰਨੀ ਦੇਰ ਉਹ ਹੈਗਾ ਉਦੋਂ ਹੀ ਕਲਾ ਦਾ ਮੁੱਲ ਪਾ ਲਈਏ ਤਾਂ ਆਪਣਾ ਸਮਾਜ ਕੁਝ ਹੋਰ ਹੀ ਹੋਊਗਾ ਤੇ ਹਰ ਰੋਜ਼ ਇੱਕ ਪੋਜ਼ਿਟਿਵ ਖਬਰ ਹੀ ਸਾਹਮਣੇ ਆਊਗੀ। ਨੈਗੇਟਿਵ ਖਬਰ ਕਰਨ ਦੀ ਲੋੜ ਹੀ ਨਹੀਂ ਪੈਣੀ ਕਿਸੇ ਨੂੰ। ਜੀ ਵਾਕਈ
ਤੁਸੀਂ ਰਾਈਟਰ ਨਾਲ ਇਹਨਾਂ ਨਾਲ ਰਾਈਟਿੰਗ ਦੇ ਨਾਲ ਬਹੁਤ ਅੱਛੀ ਸੋਚ ਵੀ ਮੁਬਾਰਕ ਸੰਧੂ ਇੱਕ ਰੱਖਦਾ ਹੈ ਜੀ ma'am। ਸੋ ਬਹੁਤ ਅੱਛਾ ਲੱਗਿਆ ਜਾਣ ਕੇ, ਕਿਉਂਕਿ ਦੇਖਿਆ ਜਾਏ ਤਾਂ ਅੱਜਕੱਲ ਸੋਸ਼ਲ ਮੀਡੀਆ ਦੀ ਜੇ ਗੱਲ ਕਰੀਏ ਤੇ ਲੋਕ ਜਿਹੜੇ ਹੈ ਟਾਈਮ ਤਾਂ ਉਹਨਾਂ ਕੋਲ ਰਿਹਾ ਹੀ ਨਹੀਂ। ਟਾਈਮ ਮਤਲਬ ਹੁੰਦਾ ਹੈ, ਪਰ ਉਹ ਜਿਹੜੇ ਇੱਕ ਮੈਂਟਲੀ ਆਕਿਊਪਾਈਡ ਰਹਿੰਦੇ ਸਾਰਾ ਦਿਨ, ਉਸ ਚੀਜ਼ ਦਾ ਕਰਕੇ ਉਹਨਾਂ ਨੂੰ ਕੁਝ ਹੋਰ ਕਰਨ ਵਾਸਤੇ ਸੁੱਝਦਾ ਨਹੀਂ। ਔਰ ਤੁਸੀਂ ਅਜਿਹੇ ਟਾਈਮ ਦੇ ਵਿੱਚ ਜਦੋਂ ਸੋਸ਼ਲ ਮੀਡੀਆ ਜ਼ਿਆਦਾ ਪ੍ਰਭਾਵੀ ਹੈ ਲੋਕਾਂ ਤੇ, ਤਾਂ ਤੁਸੀਂ ਆਪਣਾ ਸਮਾਂ ਕੱਢ ਕੇ ਤੁਸੀਂ ਇੱਕ ਰਾਈਟਿੰਗ ਨੂੰ ਚੂਜ਼ ਕੀਤਾ। ਮਤਲਬ ਕਿਤੇ ਨਾ ਕਿਤੇ ਡਰ ਵੀ ਹੁੰਦਾ ਕਿ ਪਤਾ ਨਹੀਂ ਉਸ ਤਰ੍ਹਾਂ ਦੇ ਪਾਠਕ ਮੈਨੂੰ ਮਿਲਣਗੇ ਜਾਂ ਉਸ ਤਰ੍ਹਾਂ ਦੀ ਬੁੱਕ ਨੂੰ ਪਿਆਰ ਮਿਲੇਗਾ ਕਿ ਨਹੀਂ ਮਿਲੇਗਾ। ਇਹ ਡਰ ਕਿੰਨਾ ਇਹਦੇ ਤੇ ਮੈਂ ਇੱਕ ਚੀਜ਼ ਐਡ ਕਰੂੰਗਾ, ਸੋਸਾਇਟੀ ਦੀ ਮੋਟੀਵੇਸ਼ਨ ਤੇ ਸੋਸਾਇਟੀ ਦਾ ਰਿਸਪੌਂਸ ਬਹੁਤ ਮੈਟਰ ਕਰਦਾ ਜੀ। ਮੈਨੂੰ ਬਹੁਤ ਹੀ ਪੋਜ਼ਿਟਿਵ ਗਾਈਡੈਂਸ ਤੇ ਰਿਸਪੌਂਸ ਮਿਲਿਆ। ਬਿਲਕੁਲ। ਸ਼੍ਰੀ ਵਿਵੇਕ ਅਤਰੇ ਜੀ ਮੇਰੇ ਗਾਈਡ ਹੈ, ਮੇਰੇ ਮੈਂਟਰ ਹੈ। ਉਹਨਾਂ ਨੇ ਮੈਨੂੰ ਗਾਈਡ ਕੀਤਾ ਕਿ ਹੁਣ ਬੁੱਕ ਰਿਲੀਜ਼ ਕਰਨ ਤੋਂ ਬਾਅਦ ਤੁਹਾਨੂੰ ਚੰਡੀਗੜ੍ਹ ਲਿਟਰੇਰੀ ਸੁਸਾਇਟੀ ਦਾ ਮੈਂਬਰ ਬਣਨਾ ਚਾਹੀਦਾ। ਉਹਨਾਂ ਦੀ ਗਾਈਡੈਂਸ ਦੇ ਅਕੋਰਡਿੰਗਲੀ ਮੈਂ ਚੰਡੀਗੜ੍ਹ ਲਿਟਰੇਰੀ ਸੁਸਾਇਟੀ ਦਾ ਮੈਂਬਰ ਬਣਿਆ ਜੀ। ਬਹੁਤ ਹੀ ਦਿੱਗਜ ਰਾਈਟਰ, ਬਹੁਤ ਐਕਸਪੀਰੀਅੰਸਡ ਰਾਈਟਰਸ ਜਿਹੜੇ ਹੈਗੇ, ਹੁਣ ਉਹਨਾਂ ਤੋਂ ਮੈਨੂੰ ਸਿੱਖਣ ਦਾ ਮੌਕਾ ਮਿਲਦਾ। ਤਾਂ ਜਦੋਂ ਇਸ ਤਰ੍ਹਾਂ ਨਾਲ ਆਪਾਂ ਨੂੰ ਸੁਸਾਇਟੀ ਦੇ ਵਿੱਚੋਂ ਹੀ ਸਪੋਰਟ ਮਿਲਦੀ ਹੈ, ਬਿਲਕੁਲ ਉਹ ਸਪੋਰਟ ਦੇ ਨਾਲ ਹੀ ਆਪਾਂ ਅੱਗੇ ਵਧਦੇ ਹਾਂ। ਮੈਂ ਲਾਸਟ ਇੰਟਰਵਿਊ ਦੇ ਲਈ ਇੱਕ ਜ਼ੀਰਕਪੁਰ ਦੇ ਵਿੱਚ ਇੱਕ ਲੋਕੇਸ਼ਨ ਤੇ ਗਿਆ, ਜਿਹੜੇ ਉੱਥੇ ਦੇ ਮਾਰਕੀਟਿੰਗ ਹੈਡ ਸੀ ਭਾਜੀ ਆਕਾਸ਼ ਭਾਜੀ, ਉਹ ਮੈਨੂੰ ਮਿਲੇ। ਉਹਨਾਂ ਨੇ ਇੰਟਰਵਿਊ ਖਤਮ ਹੋਣ ਤੋਂ ਬਾਅਦ ਆਪੇ ਮੈਨੂੰ ਆਫਿਸ 'ਚ ਬਿਠਾਇਆ, ਬਹੁਤ ਜ਼ਿਆਦਾ ਉਹਨਾਂ ਨੇ ਵਾਰਮ ਵੈਲਕਮ ਕੀਤਾ। ਮੌਕੇ ਤੇ ਹੀ ਬੈਠੇ ਉਹਨਾਂ ਨੇ ਮੇਰੀਆਂ ਦੋਵੇਂ ਬੁੱਕਸ ਆਪ Amazon ਤੋਂ ਆਰਡਰ ਕੀਤੀਆਂ। ਕਹਿੰਦੇ ਭਾਜੀ ਮੈਂ ਤੁਹਾਡੇ ਤੋਂ ਨਹੀਂ ਬੁੱਕ ਲਵਾਂਗਾ, ਮੈਂ ਆਪ ਆਰਡਰ ਕਰੂੰਗਾ। ਹਰ ਚੀਜ਼ ਦੀ ਇੱਕ ਆਪਣੀ ਕੀਮਤ ਹੈ। ਬਹੁਤ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ, ਬਹੁਤ ਮਤਲਬ ਮਾਫ ਕਰਨਾ ਥੋੜਾ ਜਿਹਾ ਸਮਾਂ ਹੋਰ ਲੈ ਲਾਂਗੇ, ਕਿਉਂਕਿ ਕਈ ਵਾਰ ਜਿਹੜੇ ਹੁੰਦੇ ਨਾ ਜਾਣਨ ਵਾਲੇ ਜਾਂ ਪਹਿਚਾਨਣ ਵਾਲੇ ਰਾਈਟਰਸ, ਉਹਨਾਂ ਨੂੰ ਐਕਸਪੈਕਟੇਸ਼ਨਸ ਹੁੰਦੀ ਹੈ ਕਿ ਸਾਨੂੰ ਕਿਤਾਬ ਸ਼ਾਇਦ ਐਵੇਂ ਮਿਲ ਜਾਏਗੀ, ਫ੍ਰੀ ਆਫ ਕਾਸਟ ਮਿਲ ਜਾਏਗੀ, ਅਸੀਂ ਐਜ਼ ਅ ਗਿਫਟ ਲੈ ਲਵਾਂਗੇ। ਉਹਨਾਂ ਬਾਰੇ ਤੁਸੀਂ ਕੀ ਕਹੋਗੇ? ਕਿਉਂਕਿ ਰਾਈਟਰ ਦੀ ਇੰਨੀ ਮਿਹਨਤ ਲੱਗੀ ਹੁੰਦੀ, ਜੋ ਕਿਤਾਬ ਖਰੀਦ ਕੇ ਪੜ੍ਹਨ ਦਾ ਮਜ਼ਾ ਆਉਂਦਾ ਨਾ, ਸ਼ਾਇਦ ਫ੍ਰੀ ਦੀ ਕਿਤਾਬ ਇੱਕ ਕੋਨੇ 'ਚ ਹੀ ਪਈ ਰਹਿ ਜਾਂਦੀ ਹੈ। ਮੇਰਾ ਤੇ ਮੰਨਣਾ ਇਹ ਹੈਗਾ, ਤੇ ਮੈਨੂੰ ਲੱਗਦਾ ਹੈ ਕਿ ਭਾਵੇਂ ਤੁਸੀਂ ਉਹਦੇ ਲਈ ਥੋੜੇ ਪੈਸੇ ਪੇ ਕਰੋ, ਪਰ ਪੈਸੇ ਦੇ ਕੇ ਹੀ ਬੁੱਕ ਪੜ੍ਹਨੀ ਚਾਹੀਦੀ। ਬੇਸਿਕਲੀ ਪਹਿਲਾਂ ਜਿਹੜੇ ਟ੍ਰੈਡੀਸ਼ਨਲ ਪਬਲਿਸ਼ਿੰਗ ਪਲੇਟਫਾਰਮਸ ਹੋਇਆ ਕਰਦੇ ਸੀ, ਉਹਨਾਂ ਦਾ ਕੰਮ ਕਰਨ ਦਾ ਕ੍ਰਾਈਟੇਰੀਆ ਇਸ ਤਰ੍ਹਾਂ ਦਾ ਸੀਗਾ। ਅੱਜ ਵੀ ਉਹ ਹੈਗੇ ਆ, ਅੱਜ ਵੀ ਖਤਮ ਨਹੀਂ ਹੋਏ। ਇਹ ਕਾਰਨ ਜ਼ਰੂਰ ਜਾਨਣਾ ਚਾਹਾਂਗੇ ਜੀ। ਉਹ ਕ੍ਰਾਈਟੇਰੀਆ ਇਹ ਸੀ ਕਿ ਜਿਵੇਂ ਆਪਾਂ ਕਹਿੰਦੇ ਆ ਕਿ ਮੇਰੀ ਬੁੱਕ ਦੀ ਫਸਟ ਐਡੀਸ਼ਨ ਆ ਗਈ, ਸੈਕੰਡ ਆ ਗਈ, ਥਰਡ ਆ ਗਈ। ਉਹ ਟ੍ਰੈਡੀਸ਼ਨਲ ਪਬਲਿਸ਼ਿੰਗ ਪਲੇਟਫਾਰਮਸ ਦੇ ਵਿੱਚ ਪਹਿਲਾਂ 500 ਜਾਂ 1000 ਇੱਕ ਲਿਮਿਟਿਡ ਨੰਬਰ ਸੋਚ ਕੇ ਉਨੀਆਂ ਕਿਤਾਬਾਂ ਕੱਢ ਕੇ ਪ੍ਰਿੰਟ ਕਰਕੇ ਰੱਖ ਲਈਆਂ ਜਾਂਦੀਆਂ ਸੀ, ਇਨਵੈਂਟਰੀ ਦੀ ਤਰ੍ਹਾਂ। ਹੁਣ ਉਹ 1000 ਕਿਤਾਬਾਂ ਜਿਹੜੀਆਂ ਛਪ ਗਈਆਂ, ਉਹ ਫਸਟ ਐਡੀਸ਼ਨ ਹੈ। ਜਦੋਂ ਉਹ 1000 ਪੂਰੀਆਂ ਵਿਕ ਜਾਣਗੀਆਂ, ਉਸ ਤੋਂ ਬਾਅਦ ਫਿਰ ਉਹਦੀ ਸੈਕੰਡ ਐਡੀਸ਼ਨ ਛਪੂਗੀ, ਫਿਰ 500 ਜਾਂ 1000 ਛਾਪ ਦੇਣਗੇ। ਤਾਂ ਉਹੇ ਜੀ ਪਬਲਿਸ਼ਿੰਗ ਦੇ ਵਿੱਚ ਆਥਰ ਦੇ ਲਈ ਬੜਾ ਸਕੋਪ ਹੁੰਦਾ ਕਿ ਜੇ 1000 ਛਪੀਆਂ, 50 ਕਾਪੀਆਂ ਆਥਰ ਨੂੰ ਵੀ ਕੰਪਨੀ ਦੇ ਦਿੰਦੀ ਹੈ ਜਾਂ 100 ਦੇ ਦਿੰਦੀ ਹੈ। ਅੱਜ ਦੀ ਤਰੀਕ ਵਿੱਚ ਉਹ ਸਿਸਟਮ ਬਦਲ ਚੁੱਕਿਆ ਥੋੜਾ ਜਿਹਾ। ਸੈਲਫ ਪਬਲਿਸ਼ਿੰਗ ਪਲੇਟਫਾਰਮਸ ਜ਼ਿਆਦਾ ਸਾਹਮਣੇ ਉੱਭਰ ਕੇ ਆ ਰਹੇ ਹੈ। ਮੇਰੀ ਬੁੱਕ ਪੇਪਰ ਟਾਊਨਸ ਪਬਲਿਸ਼ਰਸ ਵੱਲੋਂ ਛਪੀ ਹੈ, ਜਿਹੜੀ ਇਹ ਸੈਕੰਡ ਬੁੱਕ ਹੈ। ਜੈਪੁਰ ਬੇਸਡ ਪਬਲਿਸ਼ਰ ਹੈਗੇ। ਇਹ ਪ੍ਰਿੰਟ ਔਨ ਡਿਮਾਂਡ ਦੇ ਸਿਸਟਮ ਤੇ ਅੱਜ ਕੱਲ੍ਹ ਬੁੱਕਸ ਚੱਲਦੀਆਂ। ਬੁੱਕ ਪ੍ਰਿੰਟ ਨਹੀਂ ਹੋ ਕੇ 500 ਜਾਂ 1000 ਕਾਪੀ ਪਹਿਲਾਂ ਆਉਂਦੀ, ਬੁੱਕ ਬਣ ਗਈ, ਡਿਜ਼ਾਈਨ ਹੋ ਗਈ, ਕ੍ਰੀਏਟ ਹੋ ਗਈ। ਹੁਣ ਉਹ ਕ੍ਰੀਏਟ ਹੋਣ ਤੋਂ ਬਾਅਦ ਸਿਰਫ Amazon ਦੇ ਉੱਪਰ ਪਾ ਦਿੱਤੀ ਗਈ। Amazon ਤੇ ਜਦੋਂ ਉਹਦਾ ਆਰਡਰ ਪਊਗਾ, ਉਹਦੀ ਡਿਮਾਂਡ ਪਊਗੀ, ਉਦੋਂ ਉਹ ਪ੍ਰਿੰਟ ਹੋ ਕੇ ਤੁਹਾਡੇ ਕੋਲੇ ਪਹੁੰਚ ਜੂਗੀ। ਸੋ ਦਿਸ ਇਜ਼ ਪ੍ਰਿੰਟ ਔਨ ਡਿਮਾਂਡ। ਤੁਸੀਂ ਆਰਡਰ ਕੀਤਾ ਤਾਂ ਉਹਨੂੰ ਪ੍ਰਿੰਟ ਕੀਤਾ ਗਿਆ। ਤਾਂ ਇਹਦੇ ਵਿੱਚ ਸਾਡੇ ਕੋਲੇ ਕੋਈ ਸਕੋਪ ਨਹੀਂ ਹੁੰਦਾ ਕਿ ਮੈਨੂੰ ਕੰਪਨੀ ਪਹਿਲਾਂ 50 ਜਾਂ 100 ਕਾਪੀਜ਼ ਦੇਵੇ। ਅਕੋਰਡਿੰਗ ਟੂ ਪੈਕੇਜ ਮੈਂ ਪੇ ਕਰਕੇ ਇਹ ਪੈਕੇਜ ਲੈ ਰਿਹਾ, ਕਿਉਂਕਿ ਕੰਪਨੀ ਜੇ ਮੈਂ ਬਾਹਰੋਂ ਵੀ ਕਿਤੋਂ ਬੁੱਕ ਡਿਜ਼ਾਈਨ ਕਰਾਉਂਗਾ, ਮੇਰੇ ਆਪਣੇ ਖਰਚੇ ਹੋਣਗੇ, ਤਾਂ ਮੈਂ ਕੰਪਨੀ ਨੂੰ ਹੀ ਪੇ ਕਰ ਦਿੰਦਾ ਉਹਨਾਂ ਦੇ ਪੈਕੇਜ ਦੇ ਅਕੋਰਡਿੰਗਲੀ। ਵੈਬਸਾਈਟ ਤੇ ਇਹਨਾਂ ਦੀਆਂ ਸਾਰੇ ਪੈਕੇजेस ਦਿੱਤੇ ਹੁੰਦੇ ਆ। ਉਸ ਪੈਕੇਜ ਦੇ ਅਕੋਰਡਿੰਗਲੀ ਮੈਨੂੰ 10 ਆਥਰ ਕਾਪੀਜ਼ ਅਲੋਟਡ ਹੈਗੀਆਂ ਜੀ। ਉਹ ਸੈਂਪਲ ਵੀ ਜਿਹੜਾ ਹੈਗਾ ਉਹਦੇ ਵਿੱਚੋਂ ਹੀ ਆਉਂਦਾ। ਤਾਂ 10 ਆਥਰ ਕਾਪੀਜ਼ ਮੇਰੇ ਕੋਲੇ ਆਈਆਂ। ਹੁਣ ਉਹ 10 ਵਿੱਚੋਂ ਮੈਂ ਕਿਹਨੂੰ ਕੀ ਦੇ ਦਾਂ, ਉਹ ਪੋਸੀਬਲ ਨਹੀਂ ਹੈਗਾ। ਬਟ ਐਟ ਦ ਸੇਮ ਟਾਈਮ ਆਪਾਂ ਕਿਸੇ ਨੂੰ ਨਾਰਾਜ਼ ਵੀ ਨਹੀਂ ਕਰ ਸਕਦੇ। ਤਾਂ ਐਤਕੀ ਜਿਹੜੀਆਂ ਪਹਿਲੀਆਂ 5 ਆਥਰ ਕਾਪੀਜ਼ ਹੈਗੀਆਂ, ਉਹ ਮੈਂ ਖੁਦ Amazon ਤੋਂ ਮੰਗਵਾਈਆਂ ਸੀ, ਕਿਉਂਕਿ ਆਥਰ ਕਾਪੀਜ਼ ਥੋੜੀਆਂ ਡਿਲੀਵਰੀ ਉਹਨਾਂ ਦੀ ਡਿਲੇ ਹੋ ਗਈ ਸੀ। ਤਾਂ ਮੈਂ ਆਪਣੀ ਕਿਤਾਬ ਖੁਦ Amazon ਤੋਂ ਮੰਗਵਾਈ ਸੀ। ਤੇ ਜੇ ਕੋਈ ਮੈਨੂੰ ਪੁੱਛਦਾ ਹੈ ਤੁਹਾਡੀ ਕਿਤਾਬ, ਤਾਂ ਮੈਂ ਉਹਨਾਂ ਨੂੰ ਦੇ ਦਿੰਦਾ ਕਿ ਜੀ ਆ ਮੇਰੀ ਕਿਤਾਬ ਹੈ, ਜਦ ਕਿ ਉਹ ਮੈਂ ਖੁਦ Amazon ਤੋਂ ਲਈ ਹੋਈ ਰਾਈਟਰ ਨੇ। ਪਰ ਅੱਗੇ ਇਦਾਂ ਨਹੀਂ ਕਰਨਗੇ ਤੁਹਾਨੂੰ ਕਿਤਾਬ, ਕਿਉਂਕਿ ਰਾਈਟਰ ਲਈ ਸਭ ਤੋਂ ਵੱਡੀ ਉਤਸ਼ਾਹ ਦੀ ਗੱਲ ਇਹੀ ਹੈ ਕਿ ਅਗਰ ਰੀਡਰ ਜਿਹੜਾ ਬੁੱਕ ਖੁਦ ਲੈ ਕੇ ਪੜ੍ਹੇ, ਤਾਂ ਇਸ ਤੋਂ ਨਾਲੇ ਮੈਂ ਸਪੈਸ਼ਲੀ ਇਹਨਾਂ ਦੀ ਕਾਸਟ ਜਾਣ ਕੇ ਬਹੁਤ ਘੱਟ ਰੱਖੀ ਜਾਂਦੀ ਹੈ। ਹੁਣ ਇੰਡੀਆ ਦੇ ਵਿੱਚ ਇਹਦੀ ਬੁੱਕ ਸਿਰਫ 210 ਰੁਪਏ ਹੈ। ਈ ਬੁੱਕ ਸਿਰਫ ਹੀ 69 ਰੁਪੀਜ਼ ਦੀ ਹੈ, 70 ਰੁਪਏ ਦੀ ਹੈ। ਤੇ ਇਹ ਬੁੱਕ ਸਿਰਫ Amazon ਤੇ ਹੀ ਅਵੇਲੇਬਲ ਹੈ? ਸਿਰਫ Amazon ਤੇ, ਇਹ ਐਕਸਕਲੂਸਿਵਲੀ Amazon ਤੇ ਹੀ ਪਬਲਿਸ਼ ਹੋਈ ਹੈ ਜੀ। ਐਂਡ ਓਵਰਸੀਜ਼ ਅਮਰੀਕਾ ਦੇ ਵਿੱਚ $11 ਦੀ ਇਹ ਬੁੱਕ ਹੈ। ਅਕੋਰਡਿੰਗਲੀ ਕੈਨੇਡਾ, ਆਸਟ੍ਰੇਲੀਆ ਜੇ ਆਪਾਂ ਉਹਨਾਂ ਨੂੰ ਕਨਵਰਟ ਕਰ ਦਈਏ ਤਾਂ ਮੇਰੇ ਖਿਆਲ ਕੈਨੇਡਾ 'ਚ 14.70 ਦੀ ਹੈ, ਆਸਟ੍ਰੇਲੀਆ 'ਚ 15 ਕੁਛ ਡਾਲਰਸ ਦੀ ਹੈਗੀ ਹੈ। ਤਾਂ ਕੋਸ਼ਿਸ਼ ਹੁੰਦੀ ਹੈ ਕਿ ਘੱਟ ਤੋਂ ਘੱਟ ਰਕਮ ਰੱਖੀਏ। ਤੇ ਹਾਂਜੀ, ਰਿਕੁਐਸਟ ਇਹ ਵੀ ਹੁੰਦੀ ਹੈ, ਕਰੂੰਗਾ ਹੁਣ ਅੱਜ ਤੁਸੀਂ ਜ਼ਿਕਰ ਕਰਤਾ ਹੈ, ਅੱਜ ਤੱਕ ਇਹ ਜ਼ਿਕਰ ਨਹੀਂ ਹੋਇਆ ਸੀ, ਤਾਂ ਰਿਕੁਐਸਟ ਸਭ ਨੂੰ ਇਹ ਵੀ ਹੈ ਕਿ ਬੁੱਕ ਦੀ ਕਾਸਟ ਕੋਈ ਬਹੁਤ ਜ਼ਿਆਦਾ ਨਹੀਂ ਹੈਗੀ। ਜੇ ਇੱਕ ਬੁੱਕ ਖੁਦ ਮੰਗਾ ਲਓਗੇ, ਪੜ੍ਹੋਗੇ, ਤਾਂ ਮੈਨੂੰ ਬਹੁਤ ਉਤਸ਼ਾਹ ਮਿਲੂਗਾ, ਕਿਉਂਕਿ ਰੈਵਨਿਊ ਕੋਈ ਇਹਨਾਂ ਤੋਂ ਬਹੁਤ ਜ਼ਿਆਦਾ ਨਹੀਂ ਹੁੰਦਾ ਬੁੱਕਸ ਤੋਂ। ਪਬਲਿਸ਼ਿੰਗ ਕੰਪਨੀ ਹੈ, ਡਿਸਟਰੀਬਿਊਟਰ ਹੈ, Amazon ਨੇ ਆਪਣੀ ਕਾਸਟ ਵਿੱਚੋਂ ਰੱਖਣੀ ਹੈ। ਜੇ 210 ਦਾ 15% ਵੀ ਮੈਨੂੰ ਮਿਲੂਗਾ ਤਾਂ ਉਹ 30, 31, 32 ਰੁਪਏ ਮਿਲਣਗੇ। ਉਹ ਵੀ ਤਾਂ ਜੇ Amazon ਤੇ ਰੈਗੂਲਰਲੀ ਅਪਡੇਟ ਹੋ ਰਿਹਾ, ਤਾਂ ਉਹ 30 ਦਾ 30,000 ਜਾਂ 3 ਲੱਖ ਕਦੋਂ ਬਣਨਾ? 1000 ਕਿਤਾਬਾਂ ਦੇ 30,000 ਬਣੂ।
ਤੇ ਓਨੈਸਟਲੀ ਮੇਰੀਆਂ ਤਿੰਨੇ ਕਿਤਾਬਾਂ ਰਲਾ ਕੇ ਵੀ, ਪਹਿਲਾਂ ਇੰਗਲਿਸ਼ ਦੀ ਬੁੱਕ ਆਈ, ਉਹਦੀ ਪੰਜਾਬੀ ਟ੍ਰਾਂਸਲੇਸ਼ਨ ਕਰਵਾ ਕੇ ਵੀ ਪਬਲਿਸ਼ ਕੀਤੀ ਗਈ, ਇਹ ਤੀਸਰੀ ਬੁੱਕ ਹੈ ਅਦਰਵਾਈਜ਼ ਜੇ ਦੇਖਿਆ ਜਾਵੇ। ਮੇਰੀਆਂ ਤਿੰਨੇ ਬੁੱਕਸ ਰਲਾ ਕੇ ਵੀ 1000 ਕਿਤਾਬਾਂ ਨਹੀਂ ਬਣੀਆਂ ਜੀ, ਵਿਕੀਆਂ ਨਹੀਂ ਹੈਗੀਆਂ ਜੀ। ਤਾਂ ਮੈਂ ਇੱਕ ਨਵਾਂ ਰਾਈਟਰ ਹਾਂ, ਮੈਨੂੰ ਹਜੇ ਇੰਨੇ ਲੋਕ ਨਹੀਂ ਜਾਣਦੇ ਕਿ ਮੈਨੂੰ ਸਰਚਾ ਮਾਰ ਕੇ ਲੱਭਣਗੇ। ਪ੍ਰੈਕਟੀਕਲ ਜੀ ਗੱਲ ਕਰਦੇ ਆਪਾਂ, ਤੇ ਮੈਂ ਬਲੈਸਡ ਹਾਂ, ਬਹੁਤ ਥੈਂਕਫੁਲ ਹਾਂ ਉਹਨਾਂ ਸਭ ਦਾ ਜੋ ਮੈਨੂੰ ਮੇਰੇ ਜਾਣਕਾਰ ਹੈ, ਤੇ ਉਹ ਸਿਰਫ ਇਸ ਲਈ ਵੀ ਬੁੱਕ ਖਰੀਦ ਲੈਂਦੇ ਕਿ ਅਸੀਂ ਬੁੱਕ ਪੜ੍ਹਨੀ ਤਾਂ ਹੈ ਨਹੀਂ, ਪਰ ਮੁਬਾਰਕ ਨੇ ਲਿਖੀ ਯਾਰ ਖਰੀਦਾਂਗੇ। ਇਸ ਤਰ੍ਹਾਂ ਦੀ ਬਹੁਤ ਜ਼ਿਆਦਾ ਸਪੋਰਟ ਮੈਨੂੰ ਹੈਗੀ, ਇੱਥੋਂ ਹੀ ਉਤਸ਼ਾਹ ਮਿਲਦਾ ਅਗਲੀ ਬੁੱਕ ਵੀ ਲਿਖਣ ਦਾ। ਬਟ ਐਟ ਦ ਸੇਮ ਟਾਈਮ ਹਾਂਜੀ, ਮੈਂ ਸਭ ਨੂੰ ਰਿਕੁਐਸਟ ਕਰੂੰਗਾ ਕਿ ਬਹੁਤ ਜ਼ਿਆਦਾ ਮਹਿੰਗੀ ਬੁੱਕ ਨਹੀਂ ਹੈਗੀ, ਸਾਡੇ ਕੋਲ ਵੀ ਕੱਢਣ ਪਾਉਣ ਵਿੱਚ ਕੁਝ ਨਹੀਂ ਹੁੰਦਾ ਓਨੈਸਟਲੀ। ਬਟ ਹਾਂ, ਜੇ ਖਰੀਦੋਗੇ ਜਿਹੜੀ ਸੇਲਸ ਫਿਗਰਸ ਵੱਧਦੀਆਂ। ਮੇਰੀ ਬੁੱਕ ਇਸ ਟਾਈਮ ਵੀ, ਕੱਲ ਰਾਤ ਵੀ ਮੈਂ ਵੀਡੀਓ ਦੁਬਾਰਾ ਸੋਸ਼ਲ ਮੀਡੀਆ ਤੇ ਪਾਈ ਥੈਂਕਸ ਕਰਨ ਲਈ, ਕਿੰਡਲ ਸਟੋਰ ਦੇ ਉੱਪਰ ਜਿਹੜੀ ਫਿਕਸ਼ਨ ਕੈਟਾਗਰੀ ਹੈ ਮੇਰੇ ਵਾਲੀ ਬੁੱਕ ਦੀ, ਕਲਾਸਿਕ ਫਿਕਸ਼ਨ, 15 ਨੰਬਰ ਤੇ ਹਜੇ ਵੀ ਕਿੰਡਲ ਸਟੋਰ ਤੇ ਮੇਰੀ ਬੁੱਕ ਪਈ ਹੈ। 15th ਰੈਂਕ ਤੇ 3 ਹਫ਼ਤੇ ਬਾਅਦ ਵੀ। ਤਾਂ ਉਹ 15th ਰੈਂਕ ਤੇ ਤਾਂ ਹੀ ਪਈ ਹੈ ਕਿਉਂਕਿ ਮੈਨੂੰ ਸਪੋਰਟ ਕੀਤਾ ਜਾ ਰਿਹਾ, ਮੇਰੀ ਬੁੱਕ ਲਈ ਜਾ ਰਹੀ ਹੈ ਮੇਰੇ ਦੋਸਤਾਂ ਵੱਲੋਂ, ਜਾਣਕਾਰਾਂ ਵੱਲੋਂ। ਜਿਹੜੇ ਨਹੀਂ ਵੀ ਜਾਣਦੇ, ਜਿਵੇਂ ਉਹਨਾਂ ਨੂੰ ਮਿਲਦਾ, ਉਹ ਕਹਿੰਦੇ ਅੱਛਾ ਤੁਸੀਂ ਬੁੱਕ ਰਾਈਟਰ ਹੋ ਜੀ, ਅਸੀਂ ਹੁਣੇ ਖਰੀਦਦੇ ਹਾਂ। ਇਹ ਸਪੋਰਟ ਮੈਨੂੰ ਨਹੀਂ ਲੱਗਦਾ ਇੰਨੀ ਕਿਸੇ ਨੂੰ ਮਿਲ ਸਕਦੀ ਜਿੰਨੀ ਮੈਨੂੰ ਮਿਲੀ। ਸੋ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਪਰ ਅਸੀਂ ਵੀ ਤੁਹਾਨੂੰ ਇਹੀ ਦਿਲਾਸਾ ਦੇਵਾਂਗੇ, ਦਿਲਾਸਾ ਨਹੀਂ ਮਤਲਬ ਤੁਹਾਨੂੰ ਕਹਿਣਾ ਚਾਹਾਂਗੇ ਅਸੀਂ ਵੀ ਮੈਂ ਤਾਂ ਇਹ ਕਿਤਾਬ ਜ਼ਰੂਰ ਖਰੀਦ ਕੇ ਪੜ੍ਹਨ ਵਾਲੀ ਹਾਂ। ਇਨਫੈਕਟ ਮੈਂ ਖਰੀਦ ਚੁੱਕੀ ਹਾਂ। ਬਿਲਕੁਲ ਤੁਸੀਂ ਖਰੀਦ, ਬਟ ਦਰਸ਼ਕਾਂ ਨੂੰ ਵੀ ਅਪੀਲ ਹੈ ਕਿ ਬੇਸ਼ੱਕ ਕਿਤਾਬ ਤੁਸੀਂ ਕੋਈ ਵੀ ਲਓ, ਕੋਈ ਵੀ ਪੜ੍ਹੋ, ਬਟ ਖਰੀਦ ਕੇ ਪੜ੍ਹੋ, ਤੇ ਉਹ ਇੱਕ ਰਾਈਟਰ ਦੇ ਲਈ ਸੱਚੀ ਜਿਹੜੀ ਹੁੰਦੀ ਹੈ ਉਹਦੇ ਲਈ ਇੱਕ ਮਤਲਬ ਉਹਨੂੰ ਉਤਸ਼ਾਹਿਤ ਕਰ ਸਕਦੀ ਹੈ ਕਿਤਾਬ, ਤੁਹਾਡਾ ਉਹਨਾਂ ਉਸ ਕਿਤਾਬ ਨੂੰ ਖਰੀਦਣਾ। ਸੋ ਅੱਜ ਦੀ ਮੁਲਾਕਾਤ ਅਸੀਂ ਇੱਥੇ ਹੀ ਖਤਮ ਕਰਦੇ ਹਾਂ। ਗੱਲਾਂ ਬਾਤਾਂ ਤਾਂ ਹੋਰ ਵੀ ਬਹੁਤ ਸਨ, ਪਰ ਉਮੀਦ ਕਰਾਂਗੇ ਕਿ ਅਗਲੇ ਵਾਰ ਇਹਨਾਂ ਨੂੰ ਬੁਲਾਵਾਂਗੇ ਤੇ ਹੋਰ ਅਗਲੀ ਕਿਤਾਬ ਬਾਰੇ ਵੀ ਇਹਨਾਂ ਦੀ ਜਾਣਾਂਗੇ। ਉਮੀਦ ਕਰਦੇ ਹਾਂ ਥੋੜੀ ਜਲਦੀ ਜਿਹੜੀ ਅਗਲੀ ਕਿਤਾਬ ਹੈ ਉਹ ਜਲਦੀ ਆਵੇ। ਆਲਰੇਡੀ ਸ਼ੁਰੂ ਕਰਤਾ ਜੀ ਲਿਖਣਾ, ਕੋਸ਼ਿਸ਼ ਰਹੂਗੀ ਕਿ ਹਰ ਸਾਲ ਇੱਕ ਬੁੱਕ ਜ਼ਰੂਰ ਲੈ ਕੇ ਆਈਏ ਰੀਡਰਸ। ਜੀ ਜੀ ਜੀ। ਮੈਂ ਨਾ 1 ਮਿੰਟ ਕਲੋਜ਼ਿੰਗ ਦੁਆਰਾ ਲਵਾਂਗੀ, ਮੇਰਾ ਫੰਬਲ ਆ ਗਿਆ ਸੀਗਾ। ਠੀਕ ਹੈ, ਮੇਰੇ ਤੋਂ ਕਰ ਲੈਣਾ ਸਟਾਰਟ। ਸੋ ਵਾਕਈ ਮੁਬਾਰਕ ਜੀ, ਇਹ ਗੱਲ ਤੁਸੀਂ ਬਿਲਕੁਲ ਸਹੀ ਕਹੀ ਹੈ ਕਿ ਕਿਤਾਬ ਜਿਹੜੀ ਹੈ ਹਮੇਸ਼ਾ ਖਰੀਦ ਕੇ ਪੜ੍ਹਨੀ ਚਾਹੀਦੀ ਹੈ। ਦਰਸ਼ਕਾਂ ਨੂੰ ਸਾਡੀ ਵੀ ਇਹ ਅਪੀਲ ਹੈ ਕਿ ਇਹ ਕਿਤਾਬ ਤੁਸੀਂ ਜ਼ਰੂਰ ਖਰੀਦੋ, ਫਿਰ ਪੜ੍ਹੋ ਔਰ ਫਿਰ ਡਿਸਾਈਡ ਕਰੋ ਕਿ ਵਾਕਈ ਇਸ ਕਿਤਾਬ ਦੇ ਵਿੱਚ ਕੀ ਸੀਗਾ, ਕਿਉਂਕਿ ਇੰਨਾ ਪਿਆਰ ਇਸ ਕਿਤਾਬ ਨੂੰ ਮਿਲ ਰਿਹਾ ਔਰ ਤੁਹਾਨੂੰ ਵੀ ਇੱਕ ਵਾਰੀ ਜ਼ਰੂਰ ਪੜ੍ਹਨੀ ਚਾਹੀਦੀ ਹੈ, ਕਿਉਂਕਿ ਕਿਤਾਬਾਂ ਜਿਹੜੀਆਂ ਹੈ ਨਾ ਇੱਕ ਉਹ ਖਜ਼ਾਨਾ ਹੈ ਜਿਹੜੀ ਤੁਹਾਨੂੰ ਨਹੀਂ ਪਤਾ ਕਦੋਂ ਤੁਹਾਡੀ ਮਦਦ ਕਰ ਦੇਣ ਜ਼ਿੰਦਗੀ ਦੇ ਵਿੱਚ। ਤੁਹਾਨੂੰ ਸੋਸ਼ਲ ਮੀਡੀਆ ਤੋਂ ਕੁਝ ਨਹੀਂ ਮਿਲ ਸਕਦਾ ਜੋ ਆਪਾਂ ਨੂੰ ਇਹਦੇ ਤੋਂ ਬੁੱਕਸ ਤੋਂ ਮਿਲਦਾ ਹੈ। ਬਿਲਕੁਲ। ਸੋ ਕਿਤਾਬਾਂ ਆਪਣੇ ਆਪ ਦੇ ਵਿੱਚ ਇੱਕ ਅਲੱਗ ਦੁਨੀਆ ਹੁੰਦੀ ਹੈ। ਜੀ। ਸੋ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ, ਪਰ ਮੈਂ ਇਹ ਕਿਤਾਬ ਖਰੀਦ ਕੇ ਪੜਾਂਗੀ। ਤੁਸੀਂ ਆਲਰੇਡੀ ਆਰਡਰ ਕਰ ਚੁੱਕੇ ਹੋ ਜੀ, ਐਂਡ ਆਈ ਐਮ ਵੈਰੀ ਥੈਂਕਫੁਲ। ਬਹੁਤ ਸਪੋਰਟ ਮਿਲਦੀ ਹੈ ਇਸ ਚੀਜ਼ ਤੋਂ ਜੀ। ਤੁਹਾਡਾ ਆਉਣ ਲਈ ਬਹੁਤ ਬਹੁਤ ਧੰਨਵਾਦ, ਤੇ ਉਮੀਦ ਕਰਦੇ ਹਾਂ ਜਦੋਂ ਤੁਹਾਡਾ ਨੈਕਸਟ ਪ੍ਰੋਜੈਕਟ ਖਤਮ ਹੋ ਜਾਏ ਤਾਂ ਅਸੀਂ ਜਲਦੀ ਜਲਦੀ ਹੋਰ ਇੰਟਰਵਿਊ ਤੁਹਾਡੇ ਨਾਲ ਕਰੀਏ। ਥੈਂਕ ਯੂ ਸੋ ਮਚ ਮੈਮ, ਥੈਂਕ ਯੂ ਸੋ ਮਚ। ਸੋ ਅੱਜ ਦਾ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ ਤੇ ਮੈਨੂੰ ਸਾਹਿਬਾ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।